ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਿਹੜੇ ਕਿ ਹੁਣ ਸਾਬਕਾ ਹੋ ਗਏ ਨੇ ਤੇ ਬੀਜੇਪੀ ਵਿੱਚ ਉਹ ਸ਼ਾਮਲ ਹੋ ਗਿਆ। ਮਨਜਿੰਦਰ ਸਿੰਘ ਸਿਰਸਾ ਇਕੱਲਾ ਨਾਮ ਨਹੀਂ ਹੈਗਾ। ਮਿਸਟਰ ਸਿਰਸਾ ਦੇ ਨਾਲ ਬੀਜੇਪੀ ਨੇ ਕਿਸ ਨੂੰ ਸ਼ਹਿ ਦਿੱਤੀ ਹੈ ਤੇ ਕਿਸ ਨੂੰ ਮਾਤ ਦਿੱਤੀ ਹੈ, ਸਵਾਲ ਹੋਣਾ ਲਾਜ਼ਮੀ ਹੈ। ਮਨਜੀਤ ਸਿੰਘ ਜੀਕੇ, ਸਰਨਾ ਬ੍ਰਦਰਸ, ਕੈਪਟਨ ਅਮਰਿੰਦਰ ਸਿੰਘ, ਢੀਂਡਸਾ ਪਰਿਵਾਰ, ਇਹ ਹੁਣ ਕੀ ਕਰਨਗੇ, ਇਹਨਾਂ ਦਾ ਐਕਸ਼ਨ ਪਲਾਨ ਕੀ ਹੋਊਗਾ, ਇਸ ਦੀ ਵੀ ਚਰਚਾ ਹੋਣੀ ਲਾਜ਼ਮੀ ਹੈ। ਇਹ ਦਿੱਲੀ ਦੀ ਸਿਆਸਤ ਵਿੱਚ ਫਰਕ ਪਿਆ ਜਾਂ ਪੰਜਾਬ ਦੀ ਸਿਆਸਤ ਵਿੱਚ ਫਰਕ ਪਿਆ, ਇਹ ਵੀ ਸਵਾਲ ਹੋਣਾ ਲਾਜ਼ਮੀ ਹੈ। ਗੁਰਦੁਆਰਾ ਪ੍ਰਬੰਧਾਂ ਦੇ ਵਿਚਾਲੇ ਜਿਹੜੀ ਦਖਲਅੰਦਾਜ਼ੀ ਵਾਲੀ ਗੱਲ ਕੀਤੀ ਜਾ ਰਹੀ ਹੈ, ਉਸ ਵਿੱਚ ਕਿੰਨਾ ਦਮ ਹੈਗਾ, ਸਵਾਲ ਇਹ ਵੀ ਹੋਣਾ ਚਾਹੀਦਾ। ਸਿੱਖਾਂ ਦੇ ਮਸਲੇ ਹੱਲ ਕਰਵਾਉਣੇ ਆ, ਉਹਦੇ ਵਿੱਚ ਕਿੰਨਾ ਦਮ ਹੈਗਾ, ਕੌਣ ਕਿਵੇਂ ਕਰਵਾਊਗਾ, ਸਵਾਲ ਇਹ ਵੀ ਹੋਣਾ ਚਾਹੀਦਾ ਹੈ। ਤੇ ਸਵਾਲ ਇਹ ਵੀ ਹੋਣਾ ਚਾਹੀਦਾ, ਬਲੈਕਮੇਲ ਵਾਲਾ ਜਿਹੜਾ ਜਥੇਦਾਰ ਸਾਹਿਬ ਨੇ ਇਹ ਸਵਾਲ ਚੁੱਕਿਆ ਹੈਗਾ। ਸਾਰੇ ਸਵਾਲ ਹੋਣੇ ਲਾਜ਼ਮੀ ਆ। ਕੋਸ਼ਿਸ਼ ਕਰਾਂਗੇ ਘੱਟ ਸਮੇਂ ਦੇ ਵਿੱਚ ਸਾਰੇ ਸਵਾਲਾਂ ਦਾ ਜਵਾਬ ਲੈ ਸਕੀਏ ਤੇ ਵੱਡਾ ਸਵਾਲ ਇਹੀ ਪੁੱਛਾਂਗੇ, ਸਿਰਸਾ ਸਾਰੇ ਸ਼ਾਹ ਦੀ ਕਿਸ ਨੂੰ ਸ਼ਹਿ ਮਾਤ। ਪਹਿਲਾਂ ਬਿਆਨਬਾਜ਼ੀ ਸੁਣ ਲਈਏ, ਹੋਈ ਕੀ ਹੈ। ਦੇਸ਼ ਦੇ ਸਰਹੱਦਾਂ ਤੇ ਲੜਨ ਵਾਲੇ ਅਸੀਂ ਲੋਕ ਹੋਈ ਔਰ ਉਹ ਮਸਲੇ ਸਾਡੇ ਤੋਂ ਹੱਲ ਨਾ ਹੋਣ। ਮੈਂ ਜਿਸ ਵਚਨਬੰਧਤਾ ਦੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਜੀ ਨਾਲ ਗੱਲ ਕਰਕੇ ਔਰ ਪ੍ਰਧਾਨ ਮੰਤਰੀ ਜੀ ਨਾਲ ਮੈਂ ਇਹ ਪਾਰਟੀ ਜੁਆਇਨ ਕੀਤਾ, ਉਹਦਾ ਇੱਕ ਮਕਸਦ ਆ 70 ਸਾਲਾਂ ਤੋਂ ਹੋਏ ਉਹ ਮਸਲੇ ਜਿਹੜੇ ਅੱਜ ਤੱਕ ਖੜੇ ਸੀ, ਉਹ ਬਹੁਤ ਜਲਦੀ ਹੱਲ ਹੁੰਦੇ ਦਿਖਣਗੇ ਤੁਹਾਨੂੰ। ਭਾਵੇਂ ਉਹ ਡਾਂਗਮਾਰ ਗੁਰਦੁਆਰਾ ਸਾਹਿਬ ਦਾ ਹੋਵੇ ਜਾਂ ਸਿੱਕਿਮ ਦੇ ਸਿੱਖਾਂ ਦਾ ਹੋਵੇ ਜਾਂ ਗਿਆਨ ਕੋਦੜੀ ਦੇ ਗੁਰੂ ਘਰ ਦਾ ਮਸਲਾ ਹੋਵੇ, ਇਹ ਜਿੰਨੇ ਵੀ ਮਸਲੇ ਨੇ कुछ आने वाले कुछ दिनों के अंदर अंदर ही तो ये सारे मसले हल होंगे दिखणगे। आदरणीय सिरसा जी को इनका स्वागत करते हुए भारतीय जनता पार्टी के परिवार में जिम्मेदारी के साथ मैं ये बात कह सकता हूं कि आगामी पंजाब के चुनाव में निश्चित रूप से सिरसा जी के भारतीय जनता पार्टी के कुनबे में आने से एक बहुत बड़ा लाभ भी होगा, बहुत बड़ा परिवर्तन होगा। ਤੇ ਉਹਦੇ ਤੇ ਉਹਨੇ ਸਾਹਮਣੇ ਉਹਦੇ ਮੋਢੇ ਸਿਰ ਤੇ ਬੰਦੂਕ ਰੱਖੀ, ਜਾਂ ਅਕਾਲੀ ਦਲ ਛੱਡ ਜਾਂ ਆਪਣੇ ਜੇਲ੍ਹ ਜਾ। ਮੈਨੂੰ ਲਾਸਟ ਉਹਦਾ ਟਵੀਟ ਆਇਆ ਜਿੱਥੇ ਉਹਨੇ ਮੈਨੂੰ ਪਰਚਾ, ਜਿਹੜਾ ਪਰਚਾ ਦਿੱਤਾ ਗਿਆ ਉਹਦੀ ਦਿੱਤੀ ਤੇ ਥੱਲੇ ਲਿਖਿਆ ਦੇ ਵਾਂਟ ਟੂ ਅਰੈਸਟ ਮੀ। WhatsApp ਮੈਨੂੰ ਮੇਰੇ ਆਇਆ ਫੋਨ ਕਿ ਦੇ ਵਾਂਟ ਟੂ ਅਰੈਸਟ ਮੀ। You read पर्चा देता थोड़े थे और you go to jail। देखो मैं जद तुहानू गल कीती कि निजी कारण पिछे फिर पार्टी प्रधान की गल नहीं आ जाती। जे पार्टी लैवल की उन्होंने किसी नाल नाराजगी होंदी, पार्टी के कौमी प्रधान नाल नाराजगी होंदी, शायद मेरे नाल सलाह कर लेंदे, मगर उन्होंने अपनी कोई निजी गल्लां इहो जिहियां होईयां होणगीआं जिन्हां दे करके उन्होंने ये स्टैप चुक्या। उन्होंने कोई ना कोई अपना इहदे विच फायदा नज़र आउंदा होएगा या उन्होंने कुछ होर चीज़ां नज़र आउंदियां जिहदे बारे जवाब सानूं तुहानूं सिरसा साहब ही दे सकदे। ਜਦੋਂ ਮੁਗਲ ਸ਼ਾਸਕ ਜਿਹੜੇ ਸੀ ਉਹ ਭਾਰਤ ਦੇ ਅੰਦਰ ਆਏ ਤੇ ਉਹਨਾਂ ਨੇ ਇਹ ਕਿਹਾ ਕਿ ਜਾਂ ਧਰਮ ਚੁਣ ਲਓ ਤੇ ਜਾਂ ਜ਼ਿੰਦਗੀ ਚੁਣ ਲਓ। ਕਈਆਂ ਨੇ ਧਰਮ ਚੁਣਿਆ, ਕਈਆਂ ਨੇ ਜ਼ਿੰਦਗੀ ਚੁਣੀ। ਜਿਨ੍ਹਾਂ ਨੇ ਜ਼ਿੰਦਗੀ ਚੁਣੀ ਉਹਨਾਂ ਨੇ ਧਰਮ ਛੱਡਤਾ, ਜਿਨ੍ਹਾਂ ਨੇ ਧਰਮ ਚੁਣਿਆ ਉਹਨਾਂ ਨੇ ਜ਼ਿੰਦਗੀ ਛੱਡਤੀ। ਮੇਰੀ ਕੱਲ ਸਵੇਰੇ ਹੀ ਸਰਸੇ ਨਾਲ ਗੱਲ ਹੋਈ ਸੀ ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਅੱਗੇ ਵੀ ਇਹ ਪੇਸ਼ਕਸ਼ ਰੱਖੀ ਗਈ ਕਿ ਜਾਂ ਬੀਜੇਪੀ ਜੁਆਇਨ ਕਰੋ ਤੇ ਜਾਂ ਫਿਰ ਜੇਲ੍ਹ ਜਾਓ, ਤੇ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਹੈ। ਔਰ ਇਹਦੇ ਲਈ ਦਿੱਲੀ ਦੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਗੂ ਵੀ, ਜਿਨ੍ਹਾਂ ਨੇ ਜ਼ਮੀਨ ਤਿਆਰ ਕੀਤੀ ਉਹਨੂੰ ਬੀਜੇਪੀ 'ਚ ਜਾਣ ਵਾਸਤੇ ਮਜਬੂਰ ਕਰ ਲਿਆ, ਉਹ ਵੀ ਜ਼ਿੰਮੇਵਾਰ ਹੈ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ, DSCMC ਪ੍ਰਧਾਨ ਦੀ ਭਾਜਪਾ 'ਚ ਐਂਟਰੀ ਨਾਲ ਭਵਿੱਖ ਲਈ ਕਿਹੜੀ ਸਕ੍ਰਿਪਟ ਤਿਆਰ ਹੈ। ਇਸ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਉਹਨਾਂ ਤੁਹਾਡਾ ਤਾਰਫ ਕਰਾਉਣੇ, ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਮਲਵਿੰਦਰ ਸਿੰਘ ਮਾਲੀ ਪੋਲੀਟੀਕਲ ਕਮੈਂਟੇਟਰ ਦੇ ਤੌਰ ਤੇ ਵਿਚਰਦੇ ਨੇ। ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ, ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਦਿਵਾਨੰਦ ਅਰੋੜਾ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਹੈ, ਦਿਵਾਨੰਦ ਅਰੋੜਾ ਤੁਹਾਡਾ ਬਹੁਤ ਸਵਾਗਤ ਹੈ। ਪਰਮਿੰਦਰਪਾਲ ਸਿੰਘ ਸਾਬਕਾ ਬੁਲਾਰੇ ਨੇ ਦਿੱਲੀ ਕਮੇਟੀ ਦੇ DSCMC ਦੇ, ਪਰਮਿੰਦਰਪਾਲ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਦੀਵਾਨ ਜੀ ਤੁਹਾਨੂੰ ਕਰਨਾ ਚਾਹੂੰਗਾ। ਦੀਵਾਨ ਜੀ, ਜਿਹੜਾ ਅਕਾਲੀ ਦਲ ਇਲਜ਼ਾਮ ਲਗਾ ਰਿਹਾ ਹੈ ਕਿ ਤੁਸੀਂ ਮਿਸਟਰ ਸਿਰਸਾ ਨੂੰ ਬਲੈਕਮੇਲ ਕਰਕੇ ਸ਼ਾਮਲ ਕੀਤਾ, ਇਹਨਾਂ ਇਲਜ਼ਾਮਾਂ ਵਿੱਚ ਕੋਈ ਸੱਚਾਈ ਹੈ ਦੀਵਾਨ ਜੀ? ਇਸ ਤਰ੍ਹਾਂ ਜੀ, ਕੱਲ ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਸਿਰਸਾ ਜੀ ਨੇ ਜਿਹੜੀ ਵੀ ਸਟੇਟਮੈਂਟ ਦਿੱਤੀ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਤੋਂ ਬਾਅਦ, ਉਹ ਸਾਰਿਆਂ ਦੇ ਸਾਹਮਣੇ ਸਪਸ਼ਟ ਹੈ। ਇਸ ਤਰ੍ਹਾਂ ਕੀ ਤੁਹਾਨੂੰ ਲੱਗ ਰਿਹਾ ਹੈ
ਕਿ ਦੇਸ਼ ਦੇ ਮੀਡੀਆ ਨੂੰ ਲੱਗ ਰਿਹਾ ਕਿ ਵੀ ਉਹਨਾਂ ਤੇ ਕਿਸੇ ਨੇ ਬੰਦੂਕ ਰੱਖੀ ਹੋਏਗੀ। ਸਗੋਂ ਮੈਂ ਤਾਂ ਹੈਰਾਨ ਹਾਂ ਕਿ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਉਹਨਾਂ ਦੇ ਚਿਹਰੇ ਤੇ ਇੰਨੀ ਨਿਰਾਸ਼ਾ ਝਲਕੀ। ਇਹ ਬਹੁਤ ਸਾਰੇ ਲੀਡਰ ਹੈ ਅਕਾਲੀ ਦਲ ਦੇ ਵਿੱਚ ਜਿਹੜੇ ਕਿ ਅਕਾਲੀ ਦਲ ਤੋਂ ਉਖੜੇ ਹੋਏ ਆ, ਇਹਨਾਂ ਦੀ ਡਿਕਟੇਟਰਸ਼ਿਪ ਤੋਂ ਉਖੜੇ ਹੋਏ ਆ, ਆਪਣੇ ਆਪ ਸਿੰਗਲ ਹੈਂਡਡਲੀ ਸੀਟਾਂ ਅਨਾਉਂਸ ਕਰ ਰਹੇ ਆ। ਕੋਈ ਸਲਾਹ ਨਹੀਂ ਕੀਤੀ ਜਾਂਦੀ, ਕੋਈ ਕੋਰ ਕਮੇਟੀ ਨਾਲ ਸਲਾਹ ਨਹੀਂ ਕੀਤੀ ਜਾਂਦੀ। ਸਿੰਗਲ ਮੈਨ ਪਾਰਟੀ ਹੈ। तो गल यह है कि बड़े बड़े ਵੱਡੇ प्रश्न चिन्ह है। 300 ਬੱਸਾਂ ਤੋਂ 1200 ਲਗਜ਼ਰੀ ਬੱਸਾਂ ਕਿੱਦਾਂ ਹੋ ਗਈਆਂ? ਇੱਕ ਹੋਟਲ ਤੋਂ 3 ਲਗਜ਼ਰੀ ਹੋਟਲ ਕਿੱਦਾਂ ਬਣ ਗਏ? ਤੁਸੀਂ ਨਾਰ ਰਹੇ ਹੋ ਦੀਵਾਨ ਜੀ, ਦੀਵਾਨ ਜੀ ਇਹਨਾਂ ਦੇ ਨਾਰ ਰਹੇ ਹੋ ਤੁਸੀਂ ਤਾਂ ਇੰਨੇ ਸਾਲ। ਅੱਜ ਤੁਹਾਨੂੰ ਇਹ ਸਵਾਲ ਯਾਦ ਆ ਰਿਹਾ? ਦੇਖੋ ਜੀ, ਨਾਲ ਰਹੇ ਤਾਂ ਸਾਡੇ ਹੱਥ 'ਚ ਕੀ ਸੀ? ਸਾਡੇ ਹੱਥ 'ਚ ਤਾਂ ਕੋਈ ਡਿਸੀਜਨ ਮੇਕਿੰਗ ਹੈ ਨਹੀਂ ਸੀ। ਵੀ ਵਰ ਦੀ ਜੂਨੀਅਰ ਪਾਰਟਨਰ ਆਫ ਦੀ ਅਕਾਲੀ ਦਲ। ਦੂਸਰੀ ਗੱਲ ਜਿਹੜੀ ਕੀਤੀ ਦੀਵਾਨ ਜੀ ਮੈਨੂੰ ਇੱਕ ਸਵਾਲ ਕਰ ਲੈਣ ਦਿਓ। ਦੀਵਾਨ ਜੀ, ਸਿਰਸਾ ਸਾਹਿਬ ਦੁੱਧ ਧੋਤੇ ਆ ਜਿਨ੍ਹਾਂ ਤੁਸੀਂ ਸ਼ਾਮਲ ਕੀਤਾ? ਨਹੀਂ, ਮੈਨੂੰ ਦੱਸੋਗੇ। ਸੁਖਬੀਰ ਬਾਦਲ ਜੀ ਕਹਿ ਰਹੇ ਹੈ ਕਿ ਲਓ ਜੀ ਬੰਦੂਕ ਰੱਖੀ ਗਈ। ਜਦੋਂ ਇਹਨਾਂ ਨੇ ਐਮਐਲਏ ਬਣਾਇਆ ਸੀ ਬੀਜੇਪੀ ਦੀ ਸੀਟ ਤੇ, ਉਦੋਂ ਕਿਹੜੀ ਬੰਦੂਕ ਰੱਖੀ ਸੀ? ਚਲੋ ਦੀਵਾਨ ਜੀ, ਇਸ ਸਵਾਲ ਦਾ ਜਵਾਬ ਤਾਂ ਦੇ ਸਕਦੇ ਹੋ। ਸਿਰਸਾ ਸਾਹਿਬ ਦੁੱਧ ਧੋਤੇ ਆ? ਨਹੀਂ ਧੋਤੇ ਉਹਨਾਂ ਚ ਦੱਸੋ ਕੀ ਕਮੀ ਕੀ ਹੈ? ਕੋਈ ਕਮੀ ਨਹੀਂ ਹੈਗੀ। ਇਹ ਤਾਂ ਕਹਿੰਦੇ ਸਾਡੇ ਕੋਲ WhatsApp ਆਇਆ, ਕੇਸ ਸੀਗਾ, ਅਰੈਸਟ ਕਰਨ ਲੱਗੇ ਸੀਗੇ। ਜੀ ਉਹ ਖਾਲਸਾ ਸਰੂਪ ਸੱਚੇ ਸੁੱਚੇ ਸਿੱਖ ਹੈਗੇ ਆ। ਚਲੋ, ਔਰ ਅਸੀਂ ਉਹਨਾਂ ਖਾਲਸਾ ਸਰੂਪ ਮੰਨਦੇ ਆ। ਚਲੋ ਦੀਵਾਨ ਜੀ, ਮੈਂ ਵਾਪਸ ਆ ਜਾਊਗਾ। ਅਰਸ਼ਵੀਰ ਸਿੰਘ ਕਲੇਰ, ਤੁਸੀਂ ਬੇਬੁਨਿਆਦ ਇਲਜ਼ਾਮ ਲਾਈ ਜਾਂਦੇ ਹੋ। ਜੋ ਤੁਹਾਡੇ ਚ ਆਪਦੇ ਚ ਕਮੀ ਹੈ, ਤੁਸੀਂ ਬੀਜੇਪੀ ਨੂੰ ਕਹਿੰਦੇ ਹੋ ਵੀ ਰੱਖ ਬਲੈਕਮੇਲ ਕਰ ਰਹੇ ਆ, ਬੀਜੇਪੀ ਵਾਲੇ ਜੇਲ੍ਹ ਚ ਪਾ ਦੇਣਗੇ। KP ਜੀ, ਸਭ ਤੋਂ ਪਹਿਲਾਂ ਤਾਂ ਸਿਰਸਾ ਸਾਹਿਬ ਬਾਰੇ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਹਸਤੀ ਖੇਲਤੀ ਕੁएं में कूद गई। ਔਰ ਬੇਭਾਗ ਨੇ, ਮੈਨੂੰ ਲੱਗਦਾ ਹੈ ਕਿ ਬਹੁਤ ਮੁਸ਼ਕਿਲ ਦੇ ਨਾਲ ਔਰ ਬਹੁਤ ਘਾਲ ਕੇ ਗੁਰੂ ਦੀ ਸੇਵਾ ਦਾ ਮੌਕਾ ਮਿਲਦਾ। ਉਹਦੇ ਜ਼ਿੰਦਗੀ 'ਚ ਬਹੁਤ ਮਿਲ ਜਾਂਦੇ ਨੇ, ਪਰ ਗੁਰੂ ਦੀ ਸੇਵਾ ਕਰਨ ਦਾ ਉਹਦਾ ਜਾਂ ਉਹ ਜਿਹਾ ਮੌਕਾ ਬਹੁਤ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਉਹਨੂੰ ਛੱਡ ਕੇ ਜਾ ਕੇ ਬੀਜੇਪੀ ਦੀ ਗੋਦੀ 'ਚ ਬੈਠੇ ਨੇ, ਤਾਂ ਮੈਂ ਕਹੂੰਗਾ ਕਿ ਉਹਨਾਂ ਦੇ ਆਪਦੇ ਭਾਗ ਹੀ ਥੋੜੇ ਠੰਡੇ ਚੱਲ ਰਹੇ ਸੀ। ਔਰ ਜਿੱਥੇ ਤੱਕ ਗੱਲ ਦੀਵਾਨ ਅਮਿਤ ਅਰੋੜਾ ਜੀ ਕਰਦੇ ਨੇ ਕਿ ਕੋਈ ਕੇਸ ਨਹੀਂ ਸੀ, ਮੈਂ ਅੱਜ ਉਹਦੇ ਚੈਨਲ ਦੇ ਉੱਤੇ ਦਾਅਵਾ ਕਰਦਾ, ਔਰ ਇਹ ਦਾਅਵੇ ਨੂੰ ਗਲਤ ਸਾਬਤ ਕਰਕੇ ਦਿਖਾਉਣ ਕਿ ਅੱਜ 3 ਮਹੀਨੇ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਏ, ਉਹਦੇ ਪ੍ਰਧਾਨ ਦੀ ਚੋਣ ਨਹੀਂ ਹੋਣ ਦਿੱਤੀ ਜਾ ਰਹੀ। ਮਨਜਿੰਦਰ ਸਿੰਘ ਸਰਸਾ ਦੇ ਉੱਤੇ FIR, ਕਾਲਕਾ ਸਾਹਿਬ ਦੇ ਉੱਤੇ FIR, ਉਹਨਾਂ ਦੇ ਸਮੇਤ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਨਵੇਂ ਚੁਣ ਕੇ ਆਏ ਨੇ 11 ਮੈਂਬਰਾਂ ਦੇ ਉੱਤੇ FIR। ਔਰ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਉਤੇ ਬੀਜੇਪੀ ਕਾਬਜ ਹੋ ਸਕੇ। ਔਰ ਇਹ ਕੋਈ ਨਵਾਂ ਛੜਯੰਤਰ ਨਹੀਂ, ਜੋ ਇੰਦਰਾ ਗਾਂਧੀ ਕਰਦੀ ਰਹੀ ਹੈ ਉਹੀ ਉਸੇ ਰਾਹ ਤੇ ਤੁਰ ਪਏ ਨੇ। ਪਰ ਮੈਂ ਦੀਵਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਸਿੱਖ ਕੌਮ ਪੰਥ ਟਾਕਰਾ ਲੈਣ ਲਈ ਤਿਆਰ ਖੜਾ ਹੈ। ਇਹੋ ਜਿਹੇ ਹਥਕੰਡਿਆਂ ਨਾਲ ਨਾ ਤਾਂ ਪੰਥ ਡਰਿਆ, ਕੌਮ ਡਰੀ ਹੈ, ਤੇ ਨਾ ਸ਼੍ਰੋਮਣੀ ਅਕਾਲੀ ਦਲ। ਨਹੀਂ ਕਲੀਅਰ ਸਾਹਿਬ, ਸਿੱਖਾਂ ਦੇ ਤਾਂ ਐਸੀ ਤੁਸੀਂ ਹੋ, ਬੀਜੇਪੀ ਜੇ ਸ਼ਾਮਲ ਹੋ ਗਏ ਸਿੱਖ ਤਾਂ ਕੀ ਦਿੱਕਤ ਹੈ? ਮੈਂ KP ਜੀ ਇਹ ਗੱਲ ਕਹਿ ਰਿਹਾ ਕਿ ਕਿਸੇ ਦਾ ਕਿਸੇ ਤੇ ਜਾਣ ਤੇ ਕੋਈ ਪਾਬੰਦੀ ਨਹੀਂ, ਪਰ ਦੀਵਾਨ ਅਮਿਤ ਅਰੋੜਾ ਜੀ ਇਹ ਗੱਲ ਕਹਿ ਦੇਣ ਕਿ ਇਹ ਗੱਲ ਝੂਠ ਹੈ ਕਿ FIR ਨਹੀਂ ਦਿੱਤੀ ਗਈ ਸਾਰੇ ਪਰਿਵਾਰ ਤੇ, ਇਹ ਝੂਠ ਕਹਿ ਦੇਣ ਕਿ ਕਾਲਕਾ ਜੀ ਤੇ FIR ਨਹੀਂ ਦਿੱਤੀ ਗਈ, ਇਹ ਕਹਿ ਦੇਣ ਝੂਠ ਹੈ ਕਿ 11 ਨਵੇਂ ਜਿਹੜੇ ਚੁਣੇ ਮੈਂਬਰ ਹੈ ਉਹਨਾਂ ਤੇ ਪਰਚਾ ਦਰਜ ਵੋਟਾਂ ਤੋਂ ਬਾਅਦ ਨਹੀਂ ਕੀਤਾ ਗਿਆ। ਮੈਂ ਦੀਵਾਨ ਜੀ, ਸਿੱਧਾ ਸਵਾਲ ਹੈ ਸਰ, FIR ਹੈਗੀ ਸੀ ਸਿਰਸਾ ਪਰਿਵਾਰ ਤੇ, ਮਿਸਟਰ ਕਾਲਕਾ ਤੇ 11 ਨਵੇਂ ਚੁਣੇ ਮੈਂਬਰਾਂ ਤੇ। ਬਹੁਤ ਸਪਸ਼ਟ ਸਵਾਲ ਹੈ ਦੀਵਾਨ ਜੀ। KP ਜੀ, ਤੁਸੀਂ ਵਿਦਿਨ ਅ ਵੀਕ ਅਕਾਲੀ ਦਲ ਦੇ ਕਈ ਸਾਬਕਾ MLA ਔਰ ਮੌਜੂਦਾ MLA ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੁੰਦੇ ਦੇਖੋਗੇ। ਵੱਡੀਆਂ ਹਸਤੀਆਂ ਅਕਾਲੀ ਦਲ ਦੀਆਂ ਜਿਨ੍ਹਾਂ ਤੇ ਕੋਈ ਪਰਚਾ ਨਹੀਂ ਹੋਏਗਾ, ਕੋਈ ਪਰਚੇ ਦਾ ਡਰ ਨਹੀਂ। ਇਹਨਾਂ ਦੇ ਪਰਚੇ ਹੈਗੇ ਸੀ ਸਰ, ਇਹਨਾਂ ਦੇ ਪਰਚੇ ਹੈਗੇ ਜਿਨ੍ਹਾਂ ਦੇ ਇਲਜ਼ਾਮ ਅਕਾਲੀ ਦਲ ਲਾ ਰਿਹਾ। ਇਹਨਾਂ ਦੀ ਗੱਲ ਨੂੰ ਡਿਨਾਈ ਕਰਦਾ ਨਾ ਕਿ ਵਿਦਆਊਟ ਐਨੀ ਫੀਅਰ ਚਲੋ ਉਹ ਲੋਕ ਆਪਣੀ ਮਰਜ਼ੀ ਦੇ ਨਾਲ। ਥੋੜਾ ਬ੍ਰੇਕ ਲੈ ਲਵਾਂ ਦੀਵਾਨ ਜੀ, ਬ੍ਰੇਕ ਲੈ ਲਵਾਂ ਸਰ, ਬ੍ਰੇਕ ਲੈ ਲਵਾਂ। ਬ੍ਰੇਕ ਤੋਂ ਵਾਪਸ ਆ ਰਿਹਾ, ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਸਿਰਸਾ ਸਾਰੇ ਸ਼ਾਹ ਦੀ ਕਿਸ ਨੂੰ ਸ਼ਹਿ ਮਾਤਾ, ਬਹੁਤ ਸਾਰੇ ਸਵਾਲ ਵਾਪਸ ਆ ਰਹੇ। DSC ਪ੍ਰਧਾਨ ਦੀ ਭਾਜਪਾ ਚ ਐਂਟਰੀ ਨਾਲ ਭਵਿੱਖ ਲਈ ਕਿਹੜੀ ਸਕ੍ਰਿਪਟ ਤਿਆਰ ਹੈ? ਪਰਮਿੰਦਰਪਾਲ ਸਿੰਘ ਜੀ, ਇਹ ਸਵਾਲ ਵੈਸੇ ਤੁਹਾਨੂੰ ਤੰਗ ਵੀ ਕਰ ਸਕਦਾ। ਪਰਮਿੰਦਰਪਾਲ ਸਿੰਘ ਜੀ, ਤੁਸੀਂ ਮਿਸਟਰ GK ਦੇ ਬੜੇ ਨੇੜੇ ਰਹੇ ਹੋ, ਅੱਜ ਪਤਾ ਨਹੀਂ ਹੈਗੇ ਕਿ ਨਹੀਂ ਹੈਗੇ, ਮੈਨੂੰ ਨਹੀਂ ਪਤਾ। ਪਰਮਿੰਦਰਪਾਲ ਸਿੰਘ, ਇਹ ਮਨਜੀਤ ਸਿੰਘ GK ਹਰਾਂ ਦੀ ਨੇੜਤਾ ਦੇ ਵਿਚਾਲੇ, ਸਰਨਾ ਭਰਾਵਾਂ ਦੀ ਨੇੜਤਾ ਦੇ ਵਿਚਾਲੇ ਮਨਜਿੰਦਰ ਸਿੰਘ ਸਿਰਸਾ ਕਿਵੇਂ ਐਂਟਰੀ ਕਰ ਗਏ ਉਧਰ? ਪਰਮਿੰਦਰਪਾਲ ਸਿੰਘ, ਦੇਖੋ, ਜਿੱਥੇ ਤੱਕ ਅਕਾਲੀ ਦਲ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬੀਜੇਪੀ ਨੇ ਡੰਡੇ ਦੇ ਜ਼ੋਰ ਦੇ ਉੱਤੇ ਉਹਨਾਂ ਨੂੰ ਦਾਖਲ ਕਰਾਇਆ, 11 ਚੁਣੇ ਹੋਏ ਨਵੇਂ ਮੈਂਬਰਾਂ ਦੇ ਉੱਤੇ FIR ਦਾ ਮਾਮਲਾ ਹੈ,
ਮੈਨੂੰ ਲੱਗਦਾ ਹੈ ਕਿ ਉਸ ਗੱਲ ਦੀ ਧੋਖ ਕਰਨੀ ਚਾਹੀਦੀ ਹੈ ਔਰ ਕਿਤੇ ਨਾ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਦੀ ਜਿਹੜੀ ਇਕਾਈ ਹੈ ਉਹ ਗੁੰਮਰਾਹ ਕਰ ਰਹੀ ਹੈ। ਔਰ ਮੇਰਾ ਇਹ ਵੀ ਮੰਨਣਾ ਹੈ ਕਿ ਇਹ ਜਿਹੜੇ 11 ਕੇਸਾਂ ਦੀ ਗੱਲ ਕੀਤੀ ਜਾ ਰਹੀ 11 ਮੈਂਬਰਾਂ ਦੇ ਉੱਪਰ, ਇਹ 11 ਮੈਂਬਰ ਨਹੀਂ ਹੈਗੇ, ਗਿਣਤੀ ਦੇ 4 ਜਾਂ 5 ਮੈਂਬਰ ਨੇ ਔਰ ਇਹ ਵੀ ਉਹ ਮੈਂਬਰ ਨੇ ਜਿਨ੍ਹਾਂ ਨੇ ਬਕਾਇਦਾ ਡਾਇਰੈਕਟਰ ਗੁਰਦੁਆਰੇ ਦੇ ਉੱਪਰ ਜੁੱਤੀ ਮਾਰੀ ਸੀ ਔਰ ਉਸ ਕੇਸ ਦੇ ਵਿੱਚ ਉਹਦੀ ਗੱਡੀ ਦੇ ਉੱਤੇ ਪਥਰਾਓ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਤੇ FIR ਹੋਈ। ਸਰਕਾਰੀ ਜਿਹੜਾ ਅਫਸਰ ਹੈਗਾ, IAS ਅਫਸਰ ਹੈਗਾ, ਉਹ ਦਾਨਿਕ ਅਫਸਰ ਹੈ, ਉਸ ਦੇ ਉੱਤੇ ਹਮਲਾ ਕਰਨ ਦੇ ਮਾਮਲੇ 'ਚ FIR ਹੋਈ ਹੈ। ਜਿੱਥੇ ਤੱਕ ਤੁਸੀਂ ਪੁੱਛਿਆ ਸਰਦਾਰ GK ਦੀ ਔਰ ਸਰਨਾ ਸਾਹਿਬ ਦੀ ਨੇੜਤਾ ਦੀ ਗੱਲ, ਦੇਖੋ ਹਰੇਕ ਪਾਰਟੀ ਦੀ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਨੇੜਤਾ ਹੁੰਦੀ ਰਹਿੰਦੀ ਹੈ ਔਰ ਸਰਦਾਰ ਸਿਰਸਾ ਦੇ ਇਸ ਭਾਜਪਾ ਦੇ ਜਾਣ ਦੇ ਨਾਲ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਗੱਲਾਂ ਚੱਲ ਰਹੀਆਂ ਸੀ, ਕਨਸੋਆ ਚੱਲ ਰਹੀਆਂ ਸੀ ਮੀਡੀਆ ਦੇ ਵਿੱਚ ਕਿ ਭਾਜਪਾ ਜਿਹੜੀ ਹੈ ਇਹਨਾਂ ਨੂੰ ਸਮਰਥਨ ਦੇ ਰਹੀ ਹੈ, ਉਹ ਗੱਲਾਂ ਨੂੰ ਸਮਰਥਨ ਨੂੰ ਜਿਹੜੀ ਹੈ ਉਹ ਸਾਬਤ ਵੀ ਹੋਈ ਹੈ। ਲੇਕਿਨ ਕੋਈ ਭਾਜਪਾ ਜੁਆਇਨ ਕਰੇ ਇਹ ਉਹਦੀ ਮਰਜ਼ੀ ਹੈ, ਨਾ ਜੁਆਇਨ ਕਰੇ ਇਹ ਉਹਦੀ ਮਰਜ਼ੀ ਹੈ। ਲੇਕਿਨ ਇਹਦੇ ਪਿੱਛੇ ਜਿਹੜੀ ਦਲੀਲਾਂ ਅਕਾਲੀ ਦਲ ਵੱਲੋਂ ਆਪਣੇ ਬਚਾਅ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ, ਮੈਨੂੰ ਉਹ ਹਾਸੋਹੀਣੀਆਂ ਲੱਗਦੀਆਂ ਨੇ। ਉਹ ਬਚਾਅ ਵਾਲੀ ਦਲੀਲਾਂ ਗਲਤ ਨੇ। ਨਹੀਂ, ਤੁਹਾਨੂੰ ਪਰਮਿੰਦਰਪਾਲ ਸਿੰਘ ਇਹ ਲੱਗਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਬਲੈਕਮੇਲ ਨਹੀਂ ਕੀਤਾ ਗਿਆ, ਮਨਜਿੰਦਰ ਸਿੰਘ ਸਿਰਸਾ ਆਪਦੀ ਮਰਜ਼ੀ ਨਾਲ ਸ਼ਾਮਲ ਹੋਇਆ ਤੇ ਅਕਾਲੀ ਦਲ ਕੋਲੇ ਜਵਾਬ ਨਹੀਂ ਹੈਗਾ, ਹੁਣ ਜਵਾਬ ਕੀ ਦਈਏ? ਦੇਖੋ ਮਨਜਿੰਦਰ ਸਿੰਘ ਸਿਰਸਾ ਦੇ ਉੱਪਰ 2 ਤੋਂ 3 ਮੁਕੱਦਮੇ ਨੇ ਜਿਹੜੇ ਉਹ ਭ੍ਰਸ਼ਟਾਚਾਰ ਦੇ ਮਾਮਲੇ, ਗੋਲਕ ਚੋਰੀ ਦੇ ਮਾਮਲੇ ਨਾਲ ਸੰਬੰਧ ਸੀ ਔਰ ਉਹਦੇ ਵਿੱਚ ਇਕੱਲੇ ਜ਼ਿੰਮੇਵਾਰ ਨਹੀਂ ਹੈ ਕਿ ਉਹਦੇ ਵਿੱਚ ਹੋਰ ਵੀ 2-2 3-3 ਬੰਦੇ ਨਾਲ ਉਹਨਾਂ ਦੇ ਇਨਵੋਲਵ ਨੇ ਤੇ ਇਕੱਲਾ ਸਿਰਸਾ ਸਾਹਿਬ ਨੂੰ ਗ੍ਰਿਫਤਾਰ ਕਰ ਲੈਣਗੇ ਇਹ ਮੈਨੂੰ ਨਹੀਂ ਲੱਗਦਾ। ਪਰ ਕਿਤਨਾ ਕਿਤੇ ਹੁਣ ਅਕਾਲੀ ਦਲ ਬੈਕਫੁੱਟ ਤੇ ਆਇਆ ਤੇ ਉਹ ਫਰੰਟ ਫੁੱਟ ਤੇ ਆਉਣ ਵਾਸਤੇ ਸਿੰਪਥੀ ਫੈਕਟਰ ਖੇਡ ਰਿਹਾ ਹੋਵੇ, ਇਹ ਹੋ ਸਕਦਾ ਹੈ। GK ਸਾਹਿਬ ਹੁਣ ਬੈਕਫੁੱਟ ਤੇ ਚਲੇ ਗਏ? ਦੇਖੋ ਇਹ ਤਾਂ ਹੁਣ ਉਹ ਬਿਹਤਰ ਦੱਸ ਸਕਦੇ ਨੇ, ਪਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਆਪਣੇ ਨਾਲ ਰਲਾ ਕੇ ਇੱਕ ਤਰੀਕੇ ਨਾਲ ਜਿਹੜੀ ਬਾਕੀ ਧਿਰਾਂ ਸੀ ਉਹਨਾਂ ਨੂੰ ਨਿਰਾਸ਼ ਵੀ ਕੀਤਾ, ਨਾਰਾਜ਼ ਵੀ ਕੀਤਾ ਔਰ ਉਹਨਾਂ ਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਵਾਸਤੇ ਮਨਜਿੰਦਰ ਸਿੰਘ ਸਿਰਸਾ ਜ਼ਿਆਦਾ ਇੰਪੋਰਟੈਂਟ ਨੇ। ਹੁਣ ਬਾਕੀ ਧਿਰਾਂ ਕੀ ਸੋਚਦੀ ਰਹੇ ਤਾਂ ਉਹ ਜਵਾਬ ਦੇ ਸਕਦੇ ਨੇ। ਚਲੋ ਪਰਮਿੰਦਰਪਾਲ ਸਿੰਘ, ਮੈਂ ਤੁਹਾਡੇ ਕੋਲ ਵਾਪਸ ਆ ਜਾਊਂਗਾ। ਮਾਲਵਿੰਦਰ ਸਿੰਘ ਮਾਲੀ, ਤੁਸੀਂ ਬੜੀ ਪੋਸਟ ਪਾਈ ਜਾਂਦੇ ਹੋ ਕਿ ਮਨਜਿੰਦਰ ਸਿੰਘ ਸਿਰਸਾ ਜੇ ਸ਼ਾਮਲ ਹੋ ਗਏ ਤਾਂ ਕੀ ਤੂਫਾਨ ਆ ਗਿਆ। ਮਾਲੀ ਸਾਹਿਬ, ਤੁਹਾਡਾ ਤਰਕ ਕੀ ਹੈ ਇਸ ਪਿੱਛੇ? ਦੇਖੋ KP ਜੀ, ਪਹਿਲੀ ਗੱਲ ਤਾਂ ਇਹ ਆ, ਗੁਰੂ ਨਾਨਕ ਸਾਹਿਬ ਦੇ ਫਲਸਫੇ ਅਨੁਸਾਰ ਪੁਰਅਮਨ ਤੇ ਸ਼ਾਂਤੀਪੂਰਵਕ ਚੱਲਿਆ ਕਿਸਾਨ ਅੰਦੋਲਨ ਸਰਬੱਤ ਦੇ ਭਲੇ ਲਈ ਉਹਦੀ ਫਤਿਹ ਹੋਈ ਆ। ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਵਧਾਈਆਂ। ਸ਼ਾਂਤੀਪੂਰਵਕ ਮਸਲੇ ਦਾ ਹੱਲ ਹੋਇਆ। ਗੁਰੂ ਸਾਹਿਬ ਦੇ ਬਚਨ ਤੇ ਮੈਂ ਗੱਲ ਸ਼ੁਰੂ ਕਰੂੰ, ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ। ਯਾਦ ਕਰੋ 1996 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਹੋਣ ਦਾ ਜਾਮਾ ਬਦਲਿਆ ਸੀ। 1997 ਵਿੱਚ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ ਲੋਕ ਸਭਾ ਚੋਣ ਜਿੱਤੀ। ਟੌੜਾ ਸਾਹਿਬ ਵੀ ਸੀ, ਬਿਨਾਂ ਟੌੜਾ ਸਾਹਿਬ ਨਾਲ ਗੱਲ ਕੀਤੇ, ਬਿਨਾਂ ਪਾਰਟੀ ਨਾਲ ਗੱਲ ਕੀਤੇ, ਬਹੁਜਨ ਸਮਾਜ ਪਾਰਟੀ ਨਾਲ ਨਾਤਾ ਤੋੜ ਕੇ ਬਿਨਾਂ ਸ਼ਰਤ ਵਾਜਪਾਈ ਸਰਕਾਰ ਨੂੰ ਹਮਾਇਤ ਦਿੱਤੀ ਸੀ ਤੇ 9 ਮਾਸ ਦਾ ਰਿਸ਼ਤਾ ਗੰਢਿਆ ਸੀ। ਉਹ ਅਮਲ ਅੱਜ ਤੱਕ ਹੁਣ ਸਿਰੇ ਲੱਗ ਗਿਆ ਜੀ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਰਾਸ਼ਟਰਵਾਦੀ ਪਾਰਟੀ ਬਣਿਆ, ਜਿਹਦੀ ਸਾਂਝ ਭਾਰਤੀ ਜਨਤਾ ਪਾਰਟੀ ਨਾਲ 9 ਮਾਸ ਦੇ ਰਿਸ਼ਤੇ ਵਾਲੀ ਸੀ। ਜਿੰਨੇ ਵੀ ਫੈਸਲੇ ਲਏ ਹੁਣ ਤੱਕ ਮੋਦੀ ਸਾਹਿਬ ਦੀ ਸਰਕਾਰ ਨੇ, ਉਹਨਾਂ ਵਿੱਚ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਰਿਹਾ। ਸਿਰਸਾ ਸਾਹਿਬ ਬਾਰੇ ਦੱਸੀ ਆ, ਭਾਜਪਾ ਦੀ ਚੋਣ ਨਿਸ਼ਾਨ ਤੇ ਕੌਂਸਲਰ ਬਣੇ, ਉਹਨਾਂ ਦੇ ਚਿੰਨ੍ਹ ਤੇ ਉਹ MLA ਬਣੇ। ਉਹਨਾਂ ਨੇ ਜੋ ਵੀ ਹੁਣ ਤੱਕ ਰੋਲ ਨਿਭਾਇਆ, ਜੋ ਵੀ ਸਿੱਖਾਂ ਦੇ ਮਸਲੇ ਚੁੱਕੇ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਸੋਚ ਅਨੁਸਾਰ ਚੁੱਕੇ। ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ, ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ। ਕਿਸਾਨ ਅੰਦੋਲਨ 'ਚ ਉਹਨਾਂ ਲੋਕਾਂ ਦੀ ਡਟ ਕੇ ਮਦਦ ਕੀਤੀ, ਕਿਸਾਨ ਅੰਦੋਲਨ ਦੀ ਵੀ ਕੀਤੀ, ਜਿਨ੍ਹਾਂ ਬਾਰੇ ਕਿਸਾਨ ਅੰਦੋਲਨ ਨੂੰ ਆਏ ਸੀ ਵੀ ਖੌਰੂ ਪਾਊ ਤੇ ਭੜਕਾਊ ਜੰਤਰ ਨੇ। ਇੱਕ ਹਾਲਤ ਦੇ ਵਿੱਚ ਜਦੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ ਹੇਠ ਅੱਗ ਵੜ ਗਈ, ਇਹਨਾਂ ਨੇ ਹਮਾਇਤ ਵਾਪਸ ਲੈ ਲਈ, ਮੰਤਰੀ ਪਦ ਤੋਂ ਅਸਤੀਫਾ ਦੇਤਾ। ਇਸ ਕਰਕੇ ਨਹੀਂ ਦਿੱਤਾ ਵੀ ਕੋਈ ਇਹਨਾਂ ਦੀ ਸੋਚ ਬਦਲ ਗਈ ਜਾਂ ਕੋਈ ਸਮਝ ਬਦਲ ਗਈ, ਇਸ ਕਰਕੇ ਦਿੱਤਾ ਵੀ ਪੰਜਾਬ ਦੇ ਹਾਲਾਤ ਹੋਰ ਨੇ। ਭਾਰਤੀ ਜਨਤਾ ਪਾਰਟੀ ਨਾਲ ਟਕਰਾਅ ਦਾ ਮੁੱਦਾ ਵਿੱਢਿਆ ਸਿਰਫ ਪੰਜਾਬ ਏਜੰਡੇ ਤੇ, ਨਾ ਕਸ਼ਮੀਰ ਤੇ ਮਤਭੇਦ ਆ, ਨਾ GST ਤੇ ਮਤਭੇਦ ਆ, ਨਾ CA ਤੇ ਮਤਭੇਦ ਆ, ਕਿਸੇ ਗੱਲ ਤੇ ਕੋਈ ਮਤਭੇਦ ਨਹੀਂ। ਸਰਸਾ ਸਾਹਿਬ ਅਕਾਲੀ ਦਲ ਚ ਲਿਆਂਦੇ ਸੀ, ਉਹ ਪਹਿਲੀ ਵੱਡੇ ਮਾਇਆਧਾਰੀ ਸੀ। ਉਹ ਭਾਰਤੀ ਉਹ ਜਿਹਨੂੰ ਆਪਾਂ ਕਹਿੰਦੇ ਸੁਖਵੀਰ ਦੀ ਮੁੱਛ ਦੇ ਵਾਲ ਸੀ, ਕਿਚਨ ਕੈਬਨਿਟ ਦੇ ਮੈਂਬਰ ਸੀ। ਉਹਨਾਂ ਬਾਰੇ ਨਾ ਇਹ ਚੱਲਦਾ ਸੀ ਜਦੋਂ ਸੌਦੇ ਸਾਧ ਨੂੰ ਮਾਫੀ ਦਿਵਾਉਣ ਦੀ ਚਿੱਠੀ ਲਿਖੀ ਆ, ਉਹਦੇ ਵਿੱਚ ਵੀ ਇਹਨਾਂ ਮਹਾਪੁਰਸ਼ਾਂ ਦਾ ਯੋਗਦਾਨ ਸੀ।
ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਇੱਕ ਜਦੋਂ ਹਾਲਾਤ ਬਦਲ ਗਈ ਹੁਣ ਉਹ ਇਹ ਕਹਿ ਭਾਰਤੀ ਜਨਤਾ ਪਾਰਟੀ ਇਹ ਸੁਨੇਹਾ ਦੇਣਾ ਚਾਹੁੰਦੀ ਆ ਪੰਜਾਬ ਦੇ ਵਿੱਚ ਅਕਾਲੀਆਂ ਨੂੰ, ਸਰਸੇ ਰਾਹੀਂ ਭਾਰਤ ਮੁਲਕ ਦੇ ਵਿੱਚ ਸਿੱਖਾਂ ਨੂੰ, ਵੀ ਜੇ ਤੁਸੀਂ ਆਪਦੇ ਕੋਈ ਮਸਲੇ ਹੱਲ ਕਰਾਉਣੇ ਨੇ ਤਾਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰਵਾਦ ਨਾਲ, ਉਹਦੀ ਸੋਚ ਦੇ ਨਾਲ ਡਟ ਕੇ ਖੜੋ। ਚਲੋ ਮਾਲੀ ਸਾਹਿਬ ਜਿਹੜਾ ਸਵਾਲ ਤੁਸੀਂ ਖੜਾ ਕਰਦੇ ਪਏ ਮਾਲੀ ਸਾਹਿਬ, ਇਹਦੇ ਨਾਲ ਬਾਦਲਾਂ ਦਾ ਕੱਦ ਨੀਵਾਂ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਤਾਂ ਨਹੀਂ ਬੀਜੇਪੀ? ਤੁਹਾਨੂੰ ਇਹ ਲੱਗਦਾ ਨਹੀਂ ਬਾਦਲਾਂ ਦਾ ਕੱਦ ਨੀਵਾਂ ਕਰਨ ਦੀ ਵੇ, ਦੇਖੋ ਸਰਸਾ ਸਾਹਿਬ ਨੇ ਕਿਹਾ 70 ਸਾਲਾਂ ਤੋਂ ਜਿਹੜੇ ਮਸਲੇ ਹੱਲ ਨਹੀਂ ਹੁੰਦੇ ਨਹੀਂ ਹੋਏ, ਤੁਸੀਂ ਹੁਣ ਵੇਖ ਲਿਓ ਆਉਣ ਵਾਲੇ ਦਿਨਾਂ 'ਚ ਕਿਵੇਂ ਹੱਲ ਹੁੰਦੇ ਨੇ। ਹੋ ਜਾਣਗੇ ਹੱਲ? ਤੁਹਾਨੂੰ ਲੱਗਦਾ ਬਾਦਲਾਂ ਨੂੰ ਮਿਸਟਰ ਸਿਰਸਾ ਕਹਿ ਰਹੇ, ਤੁਹਾਨੂੰ ਲੱਗਦਾ ਹੱਲ ਹੋ ਜਾਣਗੇ ਮਿਸਟਰ ਮਾਲੀ? ਸਵਾਲ ਹੀ ਨਹੀਂ ਪੈਦਾ ਹੁੰਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਤਾਂ ਪਚਲਾਊ ਯੰਤਰ ਨੇ, ਪਚਲਾਵਾ। ਪੰਜਾਬ ਦੇ ਵਿੱਚ ਅਕਾਲੀ ਦਲ, ਦੇਖੋ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਫੈਸਲਾ ਕਰ ਲਿਆ ਸੀ ਜਦੋਂ ਅਕਾਲੀ ਦਲ ਉਹਨਾਂ ਦਾ ਐਡਜੰਕਟ ਪਾਰਟ ਬਣਿਆ ਹੋਇਆ ਸੀ, ਟਰੈਕਟਰ ਮਗਰ ਟਰਾਲੀ ਬਣਿਆ ਹੋਇਆ ਸੀ ਦਿੱਲੀ ਸਰਕਾਰ ਦੇ, ਵੀ ਇਹਨਾਂ ਤੋਂ ਖੜਾ ਛਡਾਉਣਾ। ਬੜੇ ਟਕਰਾਅ ਪੈਦਾ ਹੋ ਗਏ, ਛੱਡਣਾ ਉਹਨਾਂ ਨੂੰ ਪੈ ਗਿਆ। ਹੁਣ ਉਹ ਪੰਜਾਬ ਦੇ ਵਿੱਚ ਇੱਕ ਸਿਆਸੀ ਪੱਤਾ ਖੇਡਣਾ ਚਾਹੁੰਦੇ ਆ, ਜਿਹਦੇ ਵਿੱਚ ਅਕਾਲੀ ਦਲ ਨੂੰ ਉਹ ਲਾਈਨ ਅਪ ਕਰਨਾ ਚਾਹੁੰਦੇ ਆ। ਇਸ ਲਈ ਮੁਲਕ ਦੇ ਸਿੱਖਾਂ ਨੂੰ ਇੱਕ ਸੁਨੇਹਾ, ਇੱਕ ਬਾਦਲਕਿਆਂ ਨੂੰ ਸੁਨੇਹਾ ਵੀ ਈਡੀ ਜਿਹੜੀ ਇਆਲੀ ਕੋਲੇ ਪਹੁੰਚੀ ਆ, ਜਿਹੜੀ ਗੁਰਦੀਪ ਫਾਸਟਵੇ ਕੋਲੇ ਪਹੁੰਚੀ ਆ, ਜਿਹਦੇ ਹੱਥ ਮਜੀਠੀਏ ਦੇ ਗਲੇ ਤੱਕ ਪਹੁੰਚੇ ਹੋਏ ਨੇ, ਵੀ ਬੰਦੇ ਬਣ ਜਾਓ। ਜਿਹੜਾ ਅਸੀਂ ਵੱਡਾ ਗੱਠਜੋੜ ਬਣਾ ਰਹੇ ਹਾਂ ਉਹਦੇ ਅੰਦਰਲੇ ਪਾਸੇ ਘੇਰੇ ਚ ਆਓ, ਨਹੀਂ ਫਿਰ ਤੁਹਾਡੀ 20 ਵਾਰੀ ਆ। ਚਲੋ ਮਿਸਟਰ ਮਾਲੀ ਤੁਸੀਂ ਬਹੁਤ ਵੱਡਾ ਇਲਜ਼ਾਮ ਲਾਤਾ। ਦੀਵਾਨ ਅਮਤਰੋੜਾ ਤੋਂ ਮੈਂ ਇੱਕ ਸਵਾਲ ਜ਼ਰੂਰ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ। ਦੀਵਾਨ ਅਮਤਰੋੜਾ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਾ ਕਾਰੋਬਾਰ ਇੰਨਾ ਵੱਧ ਗਿਆ, ਮਿਸਟਰ ਮਾਲੀ ਜੋ ਇਸ਼ਾਰਾ ਕਰਦੇ ਵੀ ਤੁਸੀਂ ਉਸ ਨਾਲ ਇਤਫਾਕ ਰੱਖਦੇ ਹੋ ਕਿ ਅਗਲਾ ਨੰਬਰ ਬਾਦਲਾਂ ਦਾ? ਦੀਵਾਨ ਜੀ, ਉਹਨਾਂ ਤੇ ਕਾਰਵਾਈ ਹੋਊਗੀ? ਦੇਖੋ ਇਸ ਤਰ੍ਹਾਂ, ਦੇਖੋ ਇਹ ਜਿਹੜੀਆਂ ਚੀਜ਼ਾਂ ਇਹ ਤਾਂ ਜਾਂਚ ਦਾ ਵਿਸ਼ੇ ਹੈ। ਦੂਸਰੀ ਜਿਹੜੀ ਗੱਲ ਇਹ ਹੈ ਕਿ ਮੈਨੂੰ ਦੱਸੋ ਕਿ ਅੱਜ ਤੱਕ ਜਿਹੜਾ ਪੰਜਾਬ ਦਾ ਅਕਾਲੀ ਦਲ ਬਾਦਲ ਹੈ, ਇਹਨਾਂ ਨੇ ਕਦੀ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬਾਰੇ ਗੱਲ ਕੀਤੀ? ਇਹਨਾਂ ਦੇ ਕਦੀ ਏਜੰਡੇ ਤੇ ਆਇਆ? ਇਹਨਾਂ ਦੇ ਮੰਤਰੀ ਰਹੇ ਕੈਬਨਿਟ ਦੇ ਵਿੱਚ? ਦੀਵਾਨ ਜੀ ਇਹ ਪਰਮਿੰਦਰਪਾਲ ਸਿੰਘ ਵੀ ਇਹਦਾ ਜਵਾਬ ਦੇ ਸਕਦੇ ਆ, ਮਿਸਟਰ ਕਲੇਰ ਵੀ ਜਵਾਬ ਦੇ ਸਕਦੇ। ਮੈਂ ਦੱਸ ਦਿੰਦਾ ਸਰ, ਗਿਆਨ ਗੋਦੜੀ ਦਾ ਬਹੁਤ ਵਾਰੀ ਰੱਖਿਆ ਗਿਆ ਤੁਹਾਡੇ ਅੱਗੇ। ਦੀਵਾਨ ਜੀ ਰੱਖਿਆ ਗਿਆ ਨਹੀਂ, ਅੱਜ ਜੇ ਮਨਜਿੰਦਰ ਸਿੰਘ ਸਿਰਸਾ ਗੱਲ ਕਰ ਰਹੇ ਆ, ਸਾਰੇ ਮੁਲਕ ਦੇ ਜਿੰਨੇ ਗੁਰਦੁਆਰਿਆਂ ਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਆ ਉਹਨਾਂ ਦੇ ਬਾਰੇ ਮਤਲਬ ਕਿਤੇ ਨਾ ਕਿਤੇ ਦੀਵਾਨ ਜੀ ਸਰ ਮਿਸਟਰ ਸਿਰਸਾ ਆਪਦੇ ਆਪ ਤੇ ਸਵਾਲ ਚੁੱਕਦੇ ਪਏ ਆ। ਵਫਦ ਵਿੱਚ ਮਿਸਟਰ ਸਿਰਸਾ ਜਾਂਦੇ ਹੁੰਦੇ ਸੀਗੇ ਜਦੋਂ ਇਹ ਮਾਮਲੇ ਚੱਕੇ ਜਾਂਦੇ ਸੀਗੇ। ਦੀਵਾਨ ਜੀ ਨਹੀਂ, ਲੇਕਿਨ ਜੇ ਅੱਜ ਰਾਸ਼ਟਰੀ ਪਾਰਟੀ ਗਿੰਦੀ ਆ ਅਕਾਲੀ ਦਲ ਬਾਦਲ, ਇਹਨਾਂ ਦੇ ਤਾਂ ਕਿਤੇ ਏਜੰਡੇ 'ਚ ਹੀ ਨਹੀਂ ਸੀ, ਇਹਨਾਂ ਨੇ ਤਾਂ ਕਦੀ ਇਹ ਮਸਲਾ ਹੀ ਨਹੀਂ ਚੱਕਿਆ। ਚਲੋ आप फैक्ट्स तो पासे ना जाइए, आप फैक्ट्स तो पासे ना जाइए। मैं एक थोड़ा ब्रेक लेके वापस आ रहा। ਮਸਲੇ ਬਹੁਤ ਗੰਭੀਰ ਹੈਗੇ ਆ। ਇਹਨਾਂ ਮਸਲਿਆਂ ਦਾ ਹੱਲ ਨਿਕਲ ਸਕਦਾ ਕਿ ਨਹੀਂ ਨਿਕਲ ਸਕਦਾ? ਕਿ ਬੀਜੇਪੀ ਨਾਲ ਸਿੱਖਾਂ ਦੀ ਨੇੜਤਾ ਜ਼ਰੂਰੀ ਹੈ, ਸਿੱਖ ਲੀਡਰਸ਼ਿਪ ਦੀ ਨੇੜਤਾ ਜ਼ਰੂਰੀ ਹੈ ਜੇ ਸਿੱਖਾਂ ਦੇ ਮਸਲੇ ਹੱਲ ਕਰਾਉਣੇ ਆ। ਇਹ ਧਰਮ ਵਾਲੀ ਰਾਜਨੀਤੀ ਤਾਂ ਨਹੀਂ ਕੀਤੀ ਜਾ ਰਹੀ। ਵਾਪਸ ਆ ਰਹੇ TSMC ਪ੍ਰਧਾਨ ਦੀ ਭਾਜਪਾ 'ਚ ਐਂਟਰੀ ਨਾਲ ਭਵਿੱਖ ਲਈ ਕਿਹੜੀ ਸਕ੍ਰਿਪਟ ਤਿਆਰ ਹੈ? ਮਿਸਟਰ ਕਲੇਰ, ਜਿਹੜਾ ਸਵਾਲ ਤੁਸੀਂ ਬੀਜੇਪੀ ਤੇ ਚੱਕ ਰਹੇ ਹੋ ਕਿ ਬਲੈਕਮੇਲ ਕੀਤਾ ਮਿਸਟਰ ਸਿਰਸਾ ਨੂੰ ਤੇ ਹੋਰ ਤੁਸੀਂ ਮੈਂਬਰਾਂ ਨਾਮ ਲੈ ਰਹੇ ਹੋ, ਹੁਣ ਤੁਹਾਨੂੰ ਵੀ ਬਲੈਕਮੇਲ ਕੀਤਾ ਜਾ ਸਕਦਾ, ਤੁਹਾਡੀ ਲੀਡਰਸ਼ਿਪ ਨੂੰ ਬਲੈਕਮੇਲ ਕੀਤਾ ਜਾ ਸਕਦਾ? ਮੈਂ ਪਹਿਲਾਂ ਤਾਂ ਦੀਵਾਨ ਸਾਹਿਬ ਨੂੰ ਦੱਸ ਦਿਆਂ ਕਿ ਕਈ ਮਸਲਿਆਂ ਤੇ ਜਾਂ ਤਾਂ ਇਹਨਾਂ ਨੂੰ ਪਤਾ ਨਹੀਂ ਜਾਂ ਮਿਸਇਨਫਾਰਮਡ ਨੇ ਜਾਂ ਜਾਣ ਬੁੱਝ ਕੇ ਅਣਜਾਣ ਬਣਦੇ ਨੇ। ਉਹਨਾਂ ਤੇ ਕਮੈਂਟ ਕਰਨ ਤੋਂ ਪਹਿਲਾਂ ਦੇਖ ਲਿਆ ਕਰਨ ਕਿ ਜਿਹੜਾ ਉਹ ਤੁਸੀਂ ਗੁਰਦੁਆਰਾ ਸਾਹਿਬ ਦੀ ਗਿਆਨ ਗੋਦੜੀ ਸਾਹਿਬ ਦੀ ਗੱਲ ਕਰਦੇ ਹੋ ਉਹਦਾ ਮੁੱਦਾ ਕਿੰਨੀ ਵਾਰ ਚੱਕਿਆ ਗਿਆ ਔਰ ਜ਼ੋਰ ਸ਼ੋਰ ਨਾਲ ਚੱਕਿਆ ਗਿਆ। ਆਪਾਂ ਇਹ ਸਵਾਲ ਚੱਕ ਲਿਆ, ਮਿਸਟਰ ਕਲੇਰ ਆਪਾਂ ਅੱਗੇ ਵਧੀਏ। ਹਾਂ, ਤੁਹਾਨੂੰ ਤੁਹਾਡੀ ਲੀਡਰਸ਼ਿਪ ਨੂੰ ਬਲੈਕਮੇਲ ਕਰ ਸਕਦੇ? ਮੈਂ ਗੱਲ ਦੱਸਦਾ ਜੀ, ਤੁਸੀਂ ਦੇਖੋ ਵੀ ਇਲਜ਼ਾਮ ਕੌਣ ਲਾ ਰਿਹਾ, ਕੌਣ ਕਹਿ ਰਿਹਾ ਸਾਡੀ ਬਾਹ ਮਰੋੜਦੇ? ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬ ਦੇ ਅਨਅਫੀਸ਼ੀਅਲ ਪ੍ਰਵਕਤਾ। ਸ਼੍ਰੋਮਣੀ ਅਕਾਲੀ ਦਲ ਕਿਸੇ ਤੋਂ ਨਹੀਂ ਡਰਦਾ, ਚਾਹੇ ਮੋਦੀ ਹੈ, ਚਾਹੇ ਅਮਿਤ ਸ਼ਾਹ ਹੈ, ਚਾਹੇ ਈਡੀ ਹੈ, ਚਾਹੇ CBI ਹੈ। ਇਹ ਤਾਂ ਗੱਲਾਂ ਬਹੁਤ ਹੋ ਗਈਆਂ ਚੈਨਲਾਂ ਤੇ। ਪਹਿਲਾਂ ਸਾਨੂੰ ਕਹਿੰਦੇ ਸੀ ਇਹ ਤਾਂ ਨਹੀਂ ਭਾਈਵਾਲੀ ਛੱਡਦੇ ਕਿਉਂਕਿ ਈਡੀ ਤੋਂ ਡਰਦੇ ਨੇ, ਅਸੀਂ ਉਹ ਵੀ ਛੱਡ ਕੇ ਦਿਖਾਈ। ਔਰ ਮੇਰਾ ਤਾਂ ਸਿੱਧਾ ਸਵਾਲ ਹੈ ਬੀਜੇਪੀ ਨੂੰ ਵੀ ਔਰ ਕਾਂਗਰਸ ਨੂੰ ਵੀ, ਇਹ ਕਾਂਗਰਸੀ ਉਰੇ ਬਹਿ ਕੇ ਗੱਲਾਂ ਕਰਨ? ਇਹ ਉਸ ਪਾਰਟੀ ਦੇ ਪ੍ਰਧਾਨ ਦੇ ਸਲਾਹਕਾਰ ਜਿਹਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਢਾਤਾ, ਉਰੇ ਜਵਾਨੀ ਦਾ ਘਾਣ ਕਰਤਾ। ਇਹ ਆ ਕੇ ਆਪਾਂ ਇਸ਼ੂ ਤੋਂ ਡਾਈਵਰਟ ਹੋ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਉੱਤੇ ਸਵਾਲ ਚੱਕਣ ਸ਼ੋਭਾ ਨਹੀਂ ਦਿੰਦਾ। ਆਪਾਂ ਇਸ਼ੂ ਤੋਂ ਡਾਈਵਰਟ ਹੋ ਰਹੇ ਹਾਂ ਮਿਸਟਰ ਕਲੇਰ।
FIR ਪਬਲਿਕ ਪਲੇਟਫਾਰਮ ਦੇ ਵਿੱਚ ਹੈ। ਉਸ ਗੱਲ ਦਾ ਦੀਵਾਨ ਅਮਿਤ ਅਰੋੜਾ ਜੀ ਜਵਾਬ ਨਹੀਂ ਦੇ ਸਕਦੇ। ਮੈਂ ਤਾਂ ਕਹਿ ਰਿਹਾ ਕਿ ਸਰਸਾ ਨਹੀਂ, ਪਰਮਿੰਦਰ ਹਰਾਂ ਨੇ ਜਿਹੜਾ ਸਵਾਲ ਚੁੱਕਿਆ, ਕਲੀਅਰ ਸਾਹਿਬ, ਪਰਮਿੰਦਰ ਹਰਾਂ ਨੇ ਜਿਹੜਾ ਸਵਾਲ ਚੁੱਕਿਆ, ਉਹ ਕਿਸ ਮਾਮਲੇ ਵਿੱਚ ਉਹਨਾਂ ਤੇ FIR ਹੋਈ ਹੈ, ਜਿਹੜੇ ਮੈਂਬਰਾਂ ਦੀ ਗੱਲ ਕਰਦੇ ਪਏ? ਜਿਹੜੇ ਪਰਮਿੰਦਰਪਾਲ ਜੀ ਨੇ ਨਾ ਜੀ, ਉਹਨਾਂ ਲਈ ਤਾਂ ਹੋਰ ਵੀ ਮਾਯੂਸੀ ਦਾ ਸਮਾਂ। ਉਹ ਕਹਿੰਦੇ ਨਾ ਘਰ ਕੇ ਰਹੇ ਨਾ ਘਾਟ ਕੇ ਰਹੇ। ਜੀਕੇ ਸਾਹਿਬ ਨਾ ਤਾਂ ਇਧਰੋਂ ਵੀ ਗਏ, ਉਧਰ ਜਿੱਥੇ ਜਾਣ ਨੂੰ ਫਿਰਦੇ ਸੀ ਉਹਨਾਂ ਨੇ ਦਰਵਾਜ਼ਾ ਬੰਦ ਕਰਤਾ। ਸੋ ਇਹਨਾਂ ਦੀ ਤਾਂ ਮੈਂ ਸਮਝ ਸਕਦਾ ਕਿ ਇਹਨਾਂ ਨੇ ਤਾਂ ਬਿਆਨਬਾਜ਼ੀ ਕਰਨੀ ਹੈ, ਪਰ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ, ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਮੱਥਾ ਡਾਵਾਂਗੇ। ਔਰ ਚਾਹੇ ਇਹਨਾਂ ਦੀ ਮੈਨੂੰ ਸਵਾਲ ਜਵਾਬ ਦਿਓ, ਕਲੀਅਰ ਸਾਹਿਬ ਇੱਕ ਸਵਾਲ ਜਵਾਬ ਦਿਓ। ਸਿਰਸਾ ਸਾਹਿਬ ਹੁਣ ਤਾਂ ਤੁਹਾਡੀ ਪਾਰਟੀ ਚਲੇ ਗਏ ਆ, ਸਿਰਸਾ ਸਾਹਿਬ ਨੂੰ ਤੁਸੀਂ ਗੁਨੇਗਾਰ ਮੰਨਦੇ ਹੋ? ਜਿੰਨੇ ਉਹਨਾਂ ਤੇ ਕੇਸ ਆ, ਜਿਹਦੇ ਕਰਕੇ ਤੁਸੀਂ ਕਹਿੰਦੇ ਬਲੈਕਮੇਲ ਹੋਇਆ, ਅਕਾਲੀ ਦਲ ਮੰਨਦਾ ਵੀ ਉਹ ਗੁਨੇਗਾਰ ਹੈ? ਮੈਂ ਸਿਰਸਾ ਸਾਹਿਬ ਨੂੰ ਸਿਰਫ ਇੱਕੋ ਚੀਜ਼ 'ਚ ਗੁਨੇਗਾਰ ਮੰਨਦਾ ਹਾਂ ਕਿ ਜਿਹੜੀ ਸੇਵਾ ਸੀ ਉਹ ਸਰਵੋੱਚ ਸੇਵਾ ਸੀ, ਉਹਨੂੰ ਵਿੱਚ ਛੱਡ ਕੇ ਅਗਰ ਉਹ ਪਰਸਨਲ ਮਫਾਦ ਲਈ ਭੱਜੇ ਨੇ ਤੇ ਨਾ ਇਹ ਅਸਲੀ ਸਿੱਖ ਦਾ ਕੰਮ ਹੈ। ਔਰ ਅਗਰ ਉਹ ਡਰੀ ਗਏ ਤਾਂ ਉਹ ਕਾਹਦੇ ਜਰਨੈਲ ਨੇ? ਸੋ ਇਹ ਗੁਨਾਹਗਾਰ ਉਹ ਗੁਰੂ ਦੇ ਨੇ, ਅਸੀਂ ਉਹਨਾਂ ਨੂੰ ਗੁਨਾਹਗਾਰ ਕਹਿਣ ਵਾਲੇ ਜਾਂ ਨਾ ਕਹਿਣ ਵਾਲੇ ਮੈਨੂੰ ਨਹੀਂ ਲੱਗਦਾ। ਪਰਮਿੰਦਰ ਜੀ, ਹੁਣ ਉਹਨਾਂ ਦੀ ਸਿੱਖੀ ਤੇ ਵੀ ਸਵਾਲ ਉੱਠ ਗਿਆ ਪਰਮਿੰਦਰਪਾਲ ਸਿੰਘ, ਇਹ ਸਵਾਲ ਚੁੱਕਣੇ ਜਾਇਜ਼ ਹੈ? ਦੇਖੋ, ਜੋ ਸਿਰਸਾ ਸਾਹਿਬ ਨੇ ਕੀਤਾ ਹੈ ਅਕਾਲੀ ਦਲ ਵਾਸਤੇ ਉਹ ਬੜਾ ਵੱਡਾ ਝਟਕਾ ਹੈ। ਪਰ ਅਕਾਲੀ ਦਲ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਹੜਾ ਉਹਨਾਂ ਦਾ ਜਰਨੈਲ ਹੈ ਪਾਰਟੀ ਦਾ ਦਿੱਲੀ ਦੇ ਵਿੱਚ, ਉਹ ਇਸ ਤਰੀਕੇ ਨਾਲ ਧੋਖਾ ਦੇ ਕੇ 1 ਘੰਟੇ ਦੇ ਅੰਦਰ 4:15 ਵਜੇ ਅਸਤੀਫਾ ਦੇ ਕੇ 5 ਵਜੇ ਭਾਜਪਾ ਨੂੰ ਜੁਆਇਨ ਕਰ ਦੇਗਾ। ਇਸ ਵਾਸਤੇ ਉਹਨਾਂ ਦੇ ਵਾਸਤੇ ਬੜਾ ਵੱਡਾ ਮਸਲਾ ਹੈ। ਲੇਕਿਨ ਜਿੱਥੇ ਤੱਕ ਇਹ ਗੱਲ ਬਲੈਕਮੇਲ ਦੀ ਹੋ ਰਹੀ ਹੈ, ਸਿਰਸਾ ਸਾਹਿਬ ਦੀ ਸ਼ੁਰੂ ਤੋਂ ਅਵਸਥਾ ਰਹੀ ਹੈ ਕਿ ਉਹ ਹਮੇਸ਼ਾ ਜਿੱਥੇ ਵੀ ਕੋਈ ਮਸਲਾ ਹੁੰਦਾ ਉੱਥੋਂ ਨਿਕਲ ਜਾਂਦੇ ਨੇ, ਭੱਜ ਜਾਂਦੇ ਨੇ। ਔਰ ਹੋ ਸਕਦਾ ਹੈ ਕਿ ਕੋਈ ਨਾ ਕੋਈ ਹੋਰ ਕੋਈ ਮਸਲਾ ਹੋਵੇ, ਉਹਨਾਂ ਦਾ ਪਰਸਨਲ ਜਿਹੜਾ ਮਸਲਾ ਹੋਵੇ, ਜਿਹੜਾ ਸਾਡੀ ਨੌਲੇਜ ਵਿੱਚ ਨਾ ਹੋਵੇ, ਈਡੀ ਨਾਲ ਸੰਬੰਧਿਤ ਹੋਵੇ ਜਾਂ ਕੋਈ ਹੋਰ ਮਸਲਾ ਹੋਵੇ, ਹੋ ਸਕਦਾ ਹੈ। ਕਿਉਂਕਿ ਜਿਹੜੇ ਮਸਲੇ ਗੋਲਕ ਦੇ ਚੋਰੀ ਦੇ ਨਾਲ ਸੰਬੰਧਿਤ ਸੀ ਉਹ ਦਿੱਲੀ ਪੁਲਿਸ ਕੋਲ EOW ਕੋਲ ਹੈਗੇ ਸੀ, ਔਰ ਉਹਨਾਂ ਮਸਲੇ 'ਚ ਕੋਈ ਐਸਾ ਕੋਈ ਗੰਭੀਰ ਮਸਲਾ ਨਹੀਂ ਸੀ, ਟ੍ਰਾਇਲ ਚੱਲ ਰਿਹਾ ਸੀ ਔਰ ਉਹਦੇ ਵਿੱਚ ਸਭ ਕੁਝ ਹੋ ਰਿਹਾ ਸੀ, ਕੋਈ ਐਸਾ ਮਸਲਾ ਨਹੀਂ ਸੀ ਜਿਹਦੇ ਗ੍ਰਿਫਤਾਰੀ ਦੀ ਉਮੀਦ ਸੀ। ਇਸ ਕਰਕੇ ਜੋ ਸਿਰਸਾ ਸਾਹਿਬ ਵੱਲੋਂ ਸੁਖਬੀਰ ਜੀ ਕਲੇਮ ਕਰ ਰਹੇ ਨੇ ਜਾਂ ਜਥੇਦਾਰ ਅਕਾਲ ਤਖਤ ਸਾਹਿਬ ਜੋ ਕਲੇਮ ਕਰ ਰਹੇ ਨੇ, ਉਹ ਬੜਾ ਚੁਕਾਉਣ ਵਾਲਾ ਮਸਲਾ ਹੈ। ਅਗਰ ਸੁਖਬੀਰ ਜੀ ਕੋਲ ਕੋਈ ਸਬੂਤ ਨੇ ਨਾ, ਜਨਤਕ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਪਰਮਿੰਦਰਪਾਲ ਸਿੰਘ, ਤੁਹਾਡੀ ਪੋਲਿਟਿਕਸ ਖਤਮ ਹੋ ਗਈ ਦਿੱਲੀ 'ਚ ਹੁਣ? ਬਿਲਕੁਲ ਨਹੀਂ, ਬਿਲਕੁਲ ਨਹੀਂ। ਇਹ ਸਾਡੀ ਪੋਲਿਟਿਕਸ ਕਦੇ ਨਾ ਖਤਮ ਹੋਈ ਹੈ ਨਾ ਹੋਏਗੀ। ਕਾਰਨ ਇਹ ਹੈਗਾ ਕਿ ਅੱਜ ਇਹਨਾਂ ਦੇ ਕੋਲ ਜਿਹੜੇ ਫੇਸ ਦੇ ਉੱਤੇ ਵੋਟਾਂ ਮੰਗ ਕੇ ਲੋਕਾਂ ਨੂੰ ਧੋਖਾ ਦੇ ਕੇ ਅਕਾਲੀ ਦਲ ਤੋਂ ਆਏ ਸੀ, ਅੱਜ ਇਹਨਾਂ ਦਾ ਚਿਹਰਾ ਉਹ ਭੱਜ ਗਿਆ। ਇਹ ਉਹੀ ਚਿਹਰਾ ਹੈ ਜਿਸ ਨੂੰ ਇਹ ਬੜਾ ਵੱਡਾ ਜਰਨੈਲ ਦੱਸਦੇ ਸੀ ਕਿਸਾਨੀ ਅੰਦੋਲਨ ਦੌਰਾਨ, ਲੋਕਾਂ ਨੂੰ ਦਾਅਵਾ ਕਰਦੇ ਸੀ ਕਿ ਜ਼ਮਾਨਤਾਂ ਕਰਾਉਣ ਵਾਸਤੇ ਇਹ ਕੰਮ ਹੋਇਆ। ਲੇਕਿਨ ਇਹ ਚਿਹਰਾ ਅੱਜ ਬੀਜੇਪੀ ਦੇ ਨਾਲ ਜਿਵੇਂ ਇਹ ਜਾ ਕੇ ਖੜੇ ਹੋ ਗਏ ਸਿਰਸਾ ਸਾਹਿਬ, ਉਹ ਸਾਬਤ ਹੋ ਗਿਆ ਜੋ ਕਿਸਾਨ ਅੰਦੋਲਨ ਜੋ 26 ਜਨਵਰੀ ਦਾ ਸਾਰਾ ਮਾਮਲਾ ਹੋਇਆ, ਉਹ 'ਚ ਵੀ ਸਿਰਸਾ ਸਾਹਿਬ ਦੀ ਵੱਡੀ ਸ਼ਮੂਲੀਅਤ ਸੀ। 25 ਜਨਵਰੀ ਨੂੰ ਇਹਨਾਂ ਨੇ ਖੜੇ ਹੋ ਕੇ ਗਾਜੀਪੁਰ ਬਾਰਡਰ ਤੇ ਕਿਹਾ ਸੀ ਕਿ ਸਵੇਰੇ ਕਿਸਾਨਾਂ ਨੂੰ ਕਿ ਟਰੈਕਟਰ ਲੈ ਕੇ ਆਓ ਤੇ ਆਪਾਂ ਸਾਰੇ ਚੱਲਾਂਗੇ, ਔਰ ਅਗਲੇ ਦਿਨ ਨਜ਼ਰ ਨਹੀਂ ਆਏ ਸੀ। ਮੈਨੂੰ ਤਾਂ ਇਹ ਲੱਗਦਾ ਕਿ ਪ੍ਰਾਈਵੇਟ ਪੁੱਤ ਇਹਨਾਂ ਨੇ ਸਾਰੇ ਫੜਵਾਤੇ, ਬਾਅਦ ਚ ਜ਼ਮਾਨਤਾਂ ਕਰਾਉਣ ਦਾ ਢੋਂਗ ਰਚਿਆ ਔਰ ਅੱਜ ਜਾ ਕੇ ਦੁਬਾਰਾ ਬੀਜੇਪੀ ਦੀ ਗੋਦ ਦੇ ਵਿੱਚ ਪੈ ਗਏ। ਪਰਮਿੰਦਰਪਾਲ ਸਿੰਘ, ਬੀਜੇਪੀ ਦੀ ਟਿਕਟਾਂ ਤੇ ਕਿੰਨੇ ਕੌਂਸਲਰ ਅਕਾਲੀ ਦਲ ਦੇ ਮੌਜੂਦਾ ਕੋਈ ਹੈਗੇ ਉੱਥੇ ਦਿੱਲੀ 'ਚ? ਅਕਾਲੀ ਦਲ ਤੋਂ 2017 ਦੇ ਵਿੱਚ 8 ਸੀਟਾਂ ਇਹਨਾਂ ਨੂੰ ਮਿਲੀਆਂ ਸੀ, ਉਹਦੇ ਵਿੱਚ 4 ਜਾਂ 5 ਬੰਦੇ ਜਿੱਤੇ ਸੀ। ਔਰ ਇਹਨਾਂ ਦੇ ਕੋਲ ਇਸ ਮੌਜੂਦਾ ਸਮੇਂ ਦੇ ਵਿੱਚ ਇੱਕੋ ਇੱਕ ਕਾਉਂਸਲਰ ਰਹਿ ਗਏ ਨੇ, ਅਮਰਜੀਤ ਸਿੰਘ ਪੱਪੂ, ਔਰ ਇੱਕ ਕਾਲਕਾ ਸਾਹਿਬ ਦੀ ਵਾਈਫ ਹੈ ਮਨਪ੍ਰੀਤ ਕੌਰ ਕਾਲਕਾ, 2 ਕਾਉਂਸਲਰ ਨੇ। ਔਰ ਇੱਕ ਜਿਹੜੇ ਪਰਮਜੀਤ ਸਿੰਘ ਰਾਣਾ ਨੇ ਉਹ ਜਾਗੋ ਪਾਰਟੀ ਦੇ ਨਾਲ ਨੇ, ਔਰ ਰਾਜਾ ਇਕਬਾਲ ਸਿੰਘ ਮੇਅਰ ਨੇ ਉਹ ਬੀਜੇਪੀ ਡਾਇਰੈਕਟ ਚਲੇ ਗਏ ਨੇ। ਚਲੋ, ਤੁਹਾਡੇ ਨਾਲ ਜਿਹੜੇ ਬੰਦੇ ਤੁਹਾਡੇ ਨਾਲ ਜਿਹੜੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਨੇ, ਜਿਹੜੇ ਲੀਡਰ ਹੈਗੇ ਉਹ ਬੀਜੇਪੀ ਟਿਕਟ ਤੇ ਜਿੱਤੇ ਹੋਏ ਆ। ਸਾਡੇ ਵਿੱਚ ਡਾਇਰੈਕਟ ਪਾਰਟੀ ਦੇ ਵਿੱਚ ਕੋਈ ਬੰਦਾ ਨਹੀਂ ਹੈ। ਜੋ ਪਰਮਜੀਤ ਸਿੰਘ ਰਾਣਾ ਨੇ ਉਹ ਸਾਡੇ ਸਪੋਰਟ ਦੇ ਨਾਲ ਮੈਂਬਰ ਚੁਣੇ ਗਏ ਨੇ ਦਿੱਲੀ ਕਮੇਟੀ ਦੇ ਸਾਡੀ ਟਿਕਟ ਦੇ ਉੱਪਰ, ਲੇਕਿਨ ਉਹ ਬੀਜੇਪੀ ਦੇ ਕਾਉਂਸਲਰ ਨਹੀਂ। ਚਲੋ ਮਾਲੀ ਸਾਹਿਬ, ਇਹ ਬੀਜੇਪੀ ਨੂੰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਛੱਡਤਾ ਇਹਨਾਂ ਨੇ, ਦੂਜੇ ਪਾਸੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪੰਜਾਬ ਦੇ ਮੁੱਦੇ ਤੇ ਨਾ ਟਕਰਾਇਆ, ਬਾਕੀ ਮੁੱਦਿਆਂ ਤੇ ਨਹੀਂ ਬੋਲਦੇ ਪਏ। ਮੇਰਾ ਸਵਾਲ ਹੈ, ਬੀਜੇਪੀ ਦੀ ਜਿਹੜੀ ਟਿਕਟ ਹੈ ਉਹਦੇ ਤੇ ਜਿਹੜੇ ਕਾਉਂਸਲਰ ਬਣੇ ਆ ਉਹ ਵੀ ਛੱਡਣ ਨੂੰ ਤਿਆਰ ਨਹੀਂ ਹੈਗੇ। ਮਾਲੀ ਸਾਹਿਬ, ਇਹ ਗੱਠਜੋੜ ਇਹਦਾ ਮਤਲਬ ਜਿਉਂਦਾ ਹਜੇ? ਪਹਿਲੀ ਬੇਨਤੀ ਤਾਂ ਮੇਰੀ ਕਲੇਰ ਸਾਹਿਬ ਨੂੰ ਇਹ ਆ ਵੀ ਵਿਅਕਤੀਗਤ ਹਮਲਾ ਨਾ ਕਰਿਆ ਕਰਨ, ਇਹ ਤੁਹਾਨੂੰ ਬੜਾ ਮਹਿੰਗਾ ਪਊ। ਇਸ ਕਰਕੇ ਜਦੋਂ ਮੈਂ ਨਵਜੋਤ ਸਿੰਘ ਸਿੱਧੂ ਦਾ ਸਲਾਹਕਾਰ ਨਹੀਂ ਸੀ, ਉਦੋਂ ਪਹਿਲਾਂ ਜਸ ਟੀਵੀ ਤੇ ਆਪਣੀਆਂ ਬਹਿਸਾਂ ਹੋਈਆਂ ਨੇ, ਕਰਤਾਰਪੁਰ ਲਾਂਘੇ ਤੋਂ ਲੈ ਕੇ ਮੈਂ ਉਹਦੇ ਵਿਚਾਰ ਨਾਲ ਡਟ ਕੇ ਖੜਾ ਸੀ। ਜਦੋਂ ਮੈਂ ਉਹਦਾ ਆਫੀਸ਼ੀਅਲ ਸਲਾਹਕਾਰ ਬਣਿਆ, ਪ੍ਰੋਬਲਮ ਕ੍ਰੀਏਟ ਹੋਈ, ਮੈਂ ਅਸਤੀਫਾ ਦੇਤਾ। ਅੱਜ ਵੀ ਮੇਰੇ ਵਿਚਾਰ ਉਹੀ ਨੇ। ਇਸ ਕਰਕੇ ਕਲੇਰ ਸਾਹਿਬ ਇਸ ਪਾਸੇ ਚੱਕਰ ਨਾ ਪਾਓ। ਨਹੀਂ ਮੈਂ ਕਹੂੰ ਚਲੋ ਤੁਸੀਂ ਆਪਣੀ ਗੱਲ ਸਪਸ਼ਟ ਕਰਤੀ ਹੈ ਮਾਲੀ ਸਾਹਿਬ।
ਤੁਸੀਂ ਆਪਣੀ ਬਾਪ ਗੱਲ ਸਪਸ਼ਟ ਸ਼੍ਰੋਮਣੀ ਕਰਤੀ ਹੈ, ਜਿਹੜਾ ਕਮੇਟੀ ਦਾ ਅਕਾਲੀ ਦਲ ਨੇ ਤੁਹਾਡੇ ਤੇ ਇਲਜ਼ਾਮ ਜੁਡੀਸ਼ੀਅਲ ਲਾਇਆ ਸੀਗਾ ਮਾਲੀ ਤੇ ਸਾਹਿਬ। ਪੁੱਤਰ ਵਕੀਲ ਹਾਂ। ਦੋਹੇ ਜਿਨ੍ਹਾਂ ਨੇ ਸਿੱਖਾਂ ਨੂੰ ਕਤਲ ਕੀਤਾ ਉਹਨਾਂ ਦੇ ਵੀ ਵਕੀਲ। ਫਿਰ ਇਹ ਕਹਾਣੀ ਦੂਜੇ ਪਾਸੇ ਜਾਊ। ਚਲੋ ਨਿੱਜੀ ਤੌਰ ਤੇ ਨਾ ਹੋਣ, ਵਿਚਾਰਾਂ ਦੇ ਤੌਰ ਆਪਾਂ ਤੇ ਅੱਗੇ ਵਧੀਏ ਮਾਲੀ ਸਾਹਿਬ, ਤੁਸੀਂ ਦੋਨਾਂ ਨੇ ਇੱਕ ਦੂਜੇ ਦੇ ਜਵਾਬ ਦਿੱਤੇ, ਹੁਣ ਮਾਲੀ ਸਾਹਿਬ ਅੱਗੇ ਵਧੀਏ। ਬੀਜੇਪੀ ਨਾਲ ਗੱਠਜੋੜ ਹੈ ਜਿਹੜਾ ਅਕਾਲੀ ਦਲ ਤੋੜਨ ਨੂੰ ਤਿਆਰ ਬੈਠਾ ਹੈ ਜਾਂ ਰਸਮੀ ਤੌਰ ਤੇ ਤੋੜ ਚੁੱਕੀ ਹੈ, ਕੀ ਹੈ ਕੀ ਕਹਾਣੀ? ਮੈਂ ਤਾਂ ਸਰ ਉਹ ਸਵਾਲ ਕਰ ਰਿਹਾ। ਦੇਖੋ, ਬੀਜੇਪੀ ਨੇ ਇੱਕ ਮਸਲੇ ਤੇ ਗੱਠਜੋੜ ਤੋੜਿਆ, ਹਾਂ, ਉਹ ਵੀ ਇਸ ਕਰਕੇ ਨੇ ਵੀ ਖੇਤੀ ਕਾਨੂੰਨਾਂ ਬਾਰੇ ਇਹਨਾਂ ਦੀ ਸਮਝ ਬਦਲ ਗਈ। ਖੇਤੀ ਕਾਨੂੰਨਾਂ ਬਾਰੇ ਕਿਸਾਨ ਅੰਦੋਲਨ ਦੀ ਸਾਫ਼ ਤੇ ਸਪਸ਼ਟ ਸਮਝ ਆ, ਇਹ ਗੈਰ ਸੰਵਿਧਾਨਕ ਨੇ, ਇਹ ਫੈਡਰਲ ਢਾਂਚੇ ਤੇ ਹਮਲਾ ਨੇ, ਇਹ ਸਰਕਾਰ ਨੂੰ ਬਣਾਉਣ ਦਾ ਹੱਕ ਨਹੀਂ, ਇਹ ਰਾਜਾਂ ਦੇ ਹੱਕਾਂ ਤੇ ਹਮਲਾ ਨੇ। ਇਸ ਬਾਰੇ ਇਹ ਸਾਰੀਆਂ ਪਾਰਟੀਆਂ ਮੋਦੀ ਦੇ ਪੈਂਤੜੇ ਦੇ ਨਾਲ ਨੇ, ਪਰ ਕਿਉਂਕਿ ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ, ਪੈਰਾਂ ਹੇਠ ਕਿਸਾਨ ਅੰਦੋਲਨ ਨੇ ਅੱਗ ਬਾਲਤੀ। ਰਾਤੋਂ ਰਾਤ ਇਹਨਾਂ ਨੂੰ ਗੋਦੜੀ ਗੁਰਦੁਆਰਾ ਸਾਹਿਬ ਤੋਂ ਗਿਆਨ ਤਾਂ ਆਇਆ ਨਹੀਂ ਵੀ ਹੁਣ ਇਹ ਬਿੱਲ ਨੇ ਜਿਹੜੇ ਗਲਤ ਸਾਬਤ ਹੋ ਗਏ। ਇਹ ਸਹੂਲਤ ਦੀ ਰਾਜਨੀਤੀ ਆ। ਤੁਸੀਂ ਮੈਨੂੰ ਦੱਸੋ, 1997 ਤੋਂ ਜਦੋਂ ਦਾ 9 ਮਾਸ ਦਾ ਰਿਸ਼ਤਾ, ਭਾਰਤੀ ਜਨਤਾ ਪਾਰਟੀ ਦੀ ਕਿਹੜੀ ਨੀਤੀ ਨਾਲ, ਕਿਹੜੇ ਫੈਸਲੇ ਨਾਲ ਇਹਨਾਂ ਦਾ ਵਿਰੋਧ ਹੋਇਆ? ਨਹੀਂ ਮਾਲੀ ਸਾਹਿਬ, ਮਾਲੀ ਸਾਹਿਬ ਚਲੋ ਠੀਕ ਹੈ, ਮਾਲੀ ਸਾਹਿਬ ਤੁਸੀਂ ਆਪਣੀ ਸਟੇਟਮੈਂਟ ਦਿੱਤੀ। ਮਾਲੀ ਸਾਹਿਬ ਮੈਂ ਸਵਾਲ ਥੋੜਾ ਸਿੱਧਾ ਕਰ ਦਿੰਦਾ। ਮਿਸਟਰ ਸਿਰਸਾ ਤੇ ਅਕਾਲੀ ਦਲ ਸਿੱਧਾ ਅਟੈਕ ਨਹੀਂ ਕਰਦਾ ਪਿਆ, ਉਹਨਾਂ ਨੂੰ ਤਕਲੀਫ ਇਸ ਗੱਲ ਦੀ ਬੀਜੇਪੀ ਨੇ ਉਹਨਾਂ ਨੂੰ ਆਪਦੇ ਸ਼ਾਮਲ ਕਰ ਲਿਆ। ਮਿਸਟਰ ਸਿਰਸਾ ਤੇ ਅਕਾਲੀ ਦਲ ਦਾ ਕੋਈ ਸਿੱਧਾ ਅਟੈਕ ਨਹੀਂ ਆਇਆ। ਜੇ ਤੁਹਾਡੀ ਨੌਲੇਜ ਹੈਗਾ ਤਾਂ ਮੈਨੂੰ ਸਾਫ਼ ਕਰ ਦਿਓ ਸਰ, ਜਾਂ ਇਹਦੇ ਪਿੱਛੇ ਕੋਈ ਰਣਨੀਤੀ ਹੈ? ਦੇਖੋ ਜੀ, ਸਿਰਸਾ ਨੇ ਇਹ ਕਿਹਾ ਮੈਂ ਪੰਜਾਬ ਚੋਂ ਵਿਧਾਨ ਸਭਾ ਦੀ ਚੋਣ ਲੜੂ। ਇਹ ਬਹੁਤ ਵੱਡਾ ਸਵਾਲ ਆ। ਇਹ ਆਪਦੇ ਆਪ ਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਚੋਣ ਲੜਨ ਦੀ ਜਿਹੜੀ ਰਣਨੀਤੀ ਲੜ ਰਹੀ ਆ, ਜਿਵੇਂ ਕੈਪਟਨ ਸਾਹਿਬ ਉਹਨਾਂ ਦੇ ਨਾਲ ਮਿਲੇ ਹੋਏ ਨੇ, ਜਿਵੇਂ ਪਹਿਲੀ ਕਿਹਾ ਜਾਂਦਾ ਸੀ 75-25 ਦੀ ਸਿਆਸਤ ਇੱਥੇ ਆ, ਇਹਨੇ ਪੰਜਾਬ ਦੀ ਪੋਲਿਟਿਕਸ ਤੇ ਗੱਠਜੋੜ ਤੇ ਕਾਫੀ ਵੱਡਾ ਅਸਰ ਪਾਉਣਾ। ਚਲੋ ਮੈਂ ਛੋਟਾ ਜਿਹਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਵਾਂਗੇ, ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ। ਮਿਸਟਰ ਸ਼ਾਹ ਨੇ ਪੰਜਾਬ ਚੋਣਾਂ ਨੂੰ ਇੰਨਾ ਸੀਰੀਅਸਲੀ ਲੈ ਲਿਆ। ਸਵਾਲ ਇਹ ਉੱਠ ਖੜਾ ਇਸ ਲਈ ਹੋਇਆ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਜੇ ਸ਼ਾਮਲ ਕੀਤਾ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਜਿਹੜੇ ਧੜੇ ਹੈਗੇ ਆ ਜਿਹੜੇ ਉਹਨਾਂ ਦੇ ਨੇੜੇ ਆਉਣਾ ਚਾਹੁੰਦੇ ਸੀਗੇ, ਉਹਨਾਂ ਲਈ ਹੁਣ ਕਿਹੜੇ ਰਾਹ ਹੈਗੇ ਆ, ਜਾਂ ਉਹਨਾਂ ਨੂੰ ਮਾਤ ਦੇ ਦਿੱਤੀ ਹੈ ਹੁਣ ਮਿਸਟਰ ਸਿਰਸਾ ਤੋਂ ਬਾਅਦ ਉਹ ਛੋਟੇ ਭਰਾ ਵਜੋਂ ਪੇਸ਼ ਹੋਣਗੇ? ਸਵਾਲ ਇਹ ਵੀ ਹੈ। ਵਾਪਸ ਆ ਰਹੇ ਡੀਐਸਯੂਸੀ ਪ੍ਰਧਾਨ ਦੀ ਭਾਜਪਾ ਚ ਐਂਟਰੀ ਨਾਲ ਭਵਿੱਖ ਲਈ ਕਿਹੜੀ ਸਕ੍ਰਿਪਟ ਤਿਆਰ ਹੈ? ਦੀਵਾਨ ਜੀ, ਮੇਰਾ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਧੜੇ ਜਿਹੜੇ ਤੁਹਾਡੇ ਨਾਲ ਜੁੜਨਾ ਚਾਹ ਰਹੇ ਸੀਗੇ, ਹੁਣ ਮਿਸਟਰ ਸਿਰਸਾ ਦੇ ਛੋਟੇ ਭਰਾ ਬਣ ਕੇ ਹੋਣਗੇ? ਉਹ ਇਸ ਤਰ੍ਹਾਂ ਹੈ ਕਿ ਬੀਜੇਪੀ ਦੇ ਵਿੱਚ ਬਹੁਤ ਚਿਹਰੇ ਜਿਹੜੇ ਆ ਉਹ ਆਲਰੇਡੀ ਹੈਗੇ ਆ, ਔਰ ਬਹੁਤ ਸਾਰੇ ਚਿਹਰੇ ਜਿਹੜੇ ਆ ਹੋਰ ਵੀ ਵੱਡੇ ਚਿਹਰੇ ਸ਼ਾਮਲ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਲੇਕਿਨ ਅਸੀਂ ਬਿਲਕੁਲ ਨਹੀਂ ਕਵਾਂਗੇ ਕਿ ਕਿਸੇ ਨੂੰ ਬਲੈਕਮੇਲ ਕੀਤਾ, ਕਿਉਂਕਿ ਜਿਸ ਵੇਲੇ ਅਨਿਲ ਜੋਸ਼ੀ ਅਕਾਲੀ ਦਲ 'ਚ ਸ਼ਾਮਲ ਹੋਏ ਸੀ, ਅਸੀਂ ਉਦੋਂ ਵੀ ਨਹੀਂ ਕਿਹਾ ਸੀ ਕਿ ਅਕਾਲੀ ਦਲ ਨੇ ਉਹਨਾਂ ਨੂੰ ਅਨਿਲ ਜੋਸ਼ੀ ਨੂੰ ਬਲੈਕਮੇਲ ਕਰਕੇ ਲੈ ਕੇ ਗਏ। ਤਾਂ ਜੋ ਵੀ ਸੱਚਾਈ ਹੈ ਉਹਨੂੰ ਸਵੀਕਾਰ ਕਰਨਾ ਚਾਹੀਦਾ। ਮੇਰੀ ਇਹੀ ਅਕਾਲੀ ਦਲ ਦੇ ਬੁਲਾਰੇ ਨੂੰ ਪ੍ਰਾਰਥਨਾ ਹੋ। ਚਲੋ ਪਰਮਿੰਦਰਪਾਲ ਸਿੰਘ, ਲਾਸਟ ਸਵਾਲ ਤੁਹਾਨੂੰ ਕਰ ਰਿਹਾ। ਪਰਮਿੰਦਰਪਾਲ ਸਿੰਘ, ਮਿਸਟਰ ਸ਼ਾਹ ਨੇ ਸਾਰੀ ਸ਼ਤਰੰਜ ਹੈ ਜਿਹੜੀ ਉਹ ਸਜਾਈ ਹੈ ਪੰਜਾਬ ਦੀਆਂ ਚੋਣਾਂ ਨੂੰ ਦੇਖਦੇ ਹੋਏ। ਦੂਜਾ ਸਵਾਲ ਮੇਰਾ ਨਾਲ ਹੀ ਇਸ ਦੇ ਹੈ ਪਰਮਿੰਦਰਪਾਲ ਸਿੰਘ ਕਿ ਮਨਜਿੰਦਰ ਸਿੰਘ ਸਿਰਸਾ ਦੇ ਸਹਾਰੇ ਬੀਜੇਪੀ ਕੁਝ ਖੱਟ ਸਕਦੀ ਹੈ ਪੰਜਾਬ ਚੋਂ? ਦੇਖੋ, ਲੱਗਦਾ ਤਾਂ ਹੈਗਾ ਕਿ ਮਨਜਿੰਦਰ ਸਿੰਘ ਸਿਰਸਾ ਦੇ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦੀ ਭੂਮਿਕਾ ਰਹੀ ਹੈ, ਉਸ ਦਾ ਕਿਤੇ ਨਾ ਕਿਤੇ ਉਹ ਸਿੱਖ ਵੋਟਾਂ ਦੇ ਉੱਤੇ ਫਾਇਦਾ ਚੁੱਕਣਾ ਚਾਹੁੰਦੀ ਹੈ ਭਾਜਪਾ ਪੰਜਾਬ ਦੇ ਵਿੱਚ, ਔਰ ਸਾਬਤ ਕਰਨਾ ਚਾਹੁੰਦੀ ਹੈ ਕਿ ਉਹਨਾਂ ਦੀ ਆਪਣਾ ਜਿੱਥੇ ਉਹਨਾਂ ਦੀ ਸ਼ਹਿਰੀ ਹਿੰਦੂ ਵੋਟਾਂ ਦੇ ਵਿੱਚ ਪਕੜਾ, ਉਹ ਕਿਤੇ ਨਾ ਕਿਤੇ ਸਿੱਖ ਵੋਟ ਵੀ ਪਵਾ ਸਕਦੀ ਹੈ। ਔਰ ਇਹ ਪੂਰੀ ਕੋਸ਼ਿਸ਼ ਉਹਦੀ ਹੋ ਰਹੀ ਹੈ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਲੈ ਕੇ ਉਹ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਵੀ ਇੱਕ ਧਿਰ ਰਹਿ ਗਿਆ, ਸਾਨੂੰ ਹਲਕੇ 'ਚ ਨਾ ਲਿਆ ਜਾਏ। ਔਰ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਬੰਦੇ ਤੋੜਨ ਦੀ ਸ਼ੁਰੂਆਤ ਹੋਈ ਹੈ, ਔਰ ਜਿਵੇਂ ਬੁਲਾਰੇ ਭਾਜਪਾ ਦੇ ਦਾਅਵਾ ਕਰ ਰਹੇ ਨੇ ਕਿ ਹੋਰ ਵੀ ਉਹਨਾਂ ਦੇ ਬੰਦੇ ਇਸ ਲਾਈਨ ਦੇ ਵਿੱਚ ਨੇ, ਤੇ ਨਿਸ਼ਚਿਤ ਤੌਰ ਤੇ ਕਿਹਾ ਜਾ ਸਕਦਾ ਕਿ ਅਮਿਤ ਸ਼ਾਹ ਵੱਡੀ ਗੇਮ ਖੇਡਣ ਦੀ ਤਿਆਰੀ 'ਚ ਨੇ। ਔਰ ਉਹ ਇਹ ਮੰਨ ਕੇ ਚੱਲ ਰਹੇ ਨੇ ਕਿ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰਨ ਤੋਂ ਬਾਅਦ ਹੀ ਉਹਨਾਂ ਦੀ ਜਿਹੜੀ ਹੈ ਹੋਂਦ ਹੋ ਸਕਦੀ ਹੈ, ਔਰ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਦੀ ਇਸ ਚੋਣਾਂ ਦੇ ਵਿੱਚ ਕੋਸ਼ਿਸ਼ ਕਰਨ ਦੇ ਲੱਗੇ ਨੇ। ਔਰ ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲੀ ਦਲ ਤੋਂ ਲਿਆਣਾ ਉਸੇ ਦੀ ਇੱਕ ਕੜੀ ਲੱਗਦਾ ਹੈ। ਤੁਹਾਨੂੰ ਗੁਰਦੁਆਰਾ ਪ੍ਰਬੰਧਾਂ 'ਚ ਦਖਲਅੰਦਾਜ਼ੀ ਤਾਂ ਨਹੀਂ ਲੱਗਦੀ? ਦੇਖੋ, ਗੁਰਦੁਆਰਾ ਪ੍ਰਬੰਧਾਂ ਦੀ ਦਖਲਅੰਦਾਜ਼ੀ ਤਾਂ ਕਹੀਏ ਜੇ ਮਨਜਿੰਦਰ ਸਿੰਘ ਸਿਰਸਾ ਨਿਰੋਲ ਧਾਰਮਿਕ ਆਗੂ ਹੋਣ। ਮਨਜਿੰਦਰ ਸਿੰਘ ਸਿਰਸਾ ਪਹਿਲੇ ਵੀ ਭਾਜਪਾ ਦੇ ਚੋਣ ਨਿਸ਼ਾਨ ਤੇ 2 ਵਾਰੀ ਚੋਣ ਲੜ ਚੁੱਕੇ ਨੇ, 4 ਵਾਰੀ ਲੜ ਚੁੱਕੇ ਨੇ, 3 ਵਾਰੀ ਭਾਜਪਾ ਦੇ, 1 ਵਾਰੀ ਅਕਾਲੀ ਦਲ ਤੋਂ, 2 ਵਾਰੀ ਜਿੱਤ ਚੁੱਕੇ ਨੇ, 1 ਵਾਰੀ ਕਾਉਂਸਲਰ ਲੜ ਚੁੱਕੇ ਨੇ, 1 ਵਾਰੀ ਉਹਨਾਂ ਦੀ ਵੋਟੀ ਬੀਜੇਪੀ ਦੀ ਕਾਉਂਸਲਰ ਰਹਿ ਚੁੱਕੀ ਹੈ 5 ਸਾਲ। ਤੇ ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦੇ ਵਾਸਤੇ ਕੋਈ ਨਵੀਂ ਫੀਲਡ ਹੈ। ਉਹ ਤਾਂ ਪੁਰਾਣੇ ਧੁਰੰਧਰ ਨੇ ਇਸ ਮਾਮਲੇ ਦੇ। 2007 ਤੋਂ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣਾਂ ਲੜਦੇ ਆਏ ਨੇ,
ਤੇ ਅੱਜ 2021 ਦੇ ਵਿੱਚ ਸਵਾਲ ਕਿਵੇਂ ਖੜਾ ਹੋ ਸਕਦਾ ਇਸ ਗੱਲ ਤੇ? ਦਿੱਲੀ ਦੇ ਸਿੱਖ ਖੁਸ਼ ਹੈ ਮਿਸਟਰ ਸਿਰਸਾ ਬੀਜੇਪੀ ਚਲੇ ਗਏ, ਦਿੱਲੀ ਦੇ ਸਿੱਖ ਖੁਸ਼ ਹੈ? ਨਹੀਂ, ਦਿੱਲੀ ਦੇ ਸਿੱਖਾਂ ਦਾ ਰੁਝਾਨ ਜੋ ਸੋਸ਼ਲ ਮੀਡੀਆ ਦੇ ਉੱਤੇ ਹੈ ਉਹ ਸਿਰਸਾ ਸਾਹਿਬ ਦੇ ਖਿਲਾਫ ਹੈ, ਔਰ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਸਿਰਸਾ ਸਾਹਿਬ ਉਸ ਪਾਰਟੀ ਦੇ ਵਿੱਚ ਜਾ ਕੇ ਬਹਿ ਗਏ ਜਿਹੜੀ ਪਾਰਟੀ ਦੇ ਉੱਤੇ ਦੋਸ਼ ਲੱਗ ਰਹੇ ਨੇ ਕਿ 700-800 ਕਿਸਾਨਾਂ ਦੀ ਜਿਹੜੀ ਕਿਸਾਨ ਅੰਦੋਲਨ ਕਰਕੇ ਜਿੱਦ ਕਰਕੇ ਜਿਹੜੀ ਮੌਤ ਹੋਈ ਹੈ। ਅੱਜ ਸਿਰਸਾ ਸਾਹਿਬ ਉਸ ਕਿਸਾਨ ਅੰਦੋਲਨ ਦੀ ਗੱਲ ਕਰਦੇ ਕਰਦੇ ਕਿਸਾਨਾਂ ਦੇ ਆਗੂ ਤੋਂ ਭਾਜਪਾ ਦੇ ਆਗੂ ਬਣ ਗਏ। ਅਕਾਲੀ ਦਲ ਮਿਸਟਰ ਸਿਰਸਾ ਤੇ ਡਾਇਰੈਕਟ ਅਟੈਕ ਕਰਨ ਤੋਂ ਕਿਉਂ ਬਚਦਾ ਪਿਆ? ਕਿ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਹਾਂ ਬੋਲੋ ਕੇਪੀ ਜੀ, ਅਕਾਲੀ ਦਲ ਰਣਜਿੰਦਰ ਸਿੰਘ ਸਿਰਸਾ ਦੇ ਅਟੈਕ ਕਰਨ ਤੋਂ ਵੀ ਭੱਜ ਰਿਹਾ, ਅਕਾਲੀ ਦਲ ਭਾਜਪਾ ਦੇ ਵੀ ਅਟੈਕ ਕਰਨ ਤੋਂ ਭੱਜ ਰਿਹਾ। ਅਕਾਲੀ ਦਲ ਗੋਲਮੋਲ ਭਾਸ਼ਾ ਦੇ ਵਿੱਚ ਸਾਰੀ ਗੱਲਾਂ ਕਰ ਰਿਹਾ, ਉਹ ਕਾਂਗਰਸ ਨਾਲ ਤੁਲਨਾ ਵੀ ਕਰ ਰਿਹਾ, ਲੇਕਿਨ ਭਾਜਪਾ ਦੇ ਆਗੂਆਂ ਦਾ ਨਾਮ ਨਹੀਂ ਲੈ ਰਿਹਾ, ਆਪਣਾ ਬਿਆਨ ਜਾਰੀ ਕਰ ਰਿਹਾ ਪਰ ਬੁਲਾਰੇ ਦਾ ਨਾਮ ਨਹੀਂ ਦੇ ਰਿਹਾ, ਕਿਹੜੇ ਬੁਲਾਰੇ ਤੋਂ ਜਾਰੀ ਕਰ ਰਿਹਾ। ਅਕਾਲੀ ਦਲ ਬੜੀ ਸੇਫ ਖੇਡ ਰਿਹਾ ਗੇਮ, ਔਰ ਅਕਾਲੀ ਦਲ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਹੁਣ ਆਪਣੇ ਬੰਦਿਆਂ ਨੂੰ ਬਚਾਉਣ ਵਾਸਤੇ ਜਾਂ ਹੋਰ ਬੰਦੇ ਨਾ ਟੁੱਟਣ, ਮਨਜਿੰਦਰ ਸਿੰਘ ਸਿਰਸਾ ਦਾ ਬਲੈਕਮੇਲ ਹੋਣਾ ਹੀ ਉਹਨਾਂ ਨੂੰ ਹੁਣ ਬਚਾ ਸਕਦਾ, ਇਸ ਕਰਕੇ ਉਹ ਸ਼ਾਇਦ ਇਸ ਗੱਲ ਨੂੰ ਖੇਡ ਰਹੇ ਨੇ। ਠੀਕ ਹੈ ਕਲੀਅਰ ਸਾਹਿਬ, ਗੋਲਮੋਲ ਖੇਡਦੇ ਪਏ ਹੋ ਤੁਸੀਂ, ਤੁਹਾਡੀ ਜਿਹੜੀ ਰਿਲੀਜ਼ ਦੀ ਗੱਲ ਕਰਦੇ ਪਏ ਉਹਦੇ ਵਿੱਚ ਕਿਸੇ ਦਾ ਨਾਮ ਨਹੀਂ ਹੈਗਾ ਸੀ, ਉਹਦਾ ਇਸ਼ਾਰਾ ਕਰਦੇ ਪਏ ਜਿਹੜੀ ਤੁਹਾਡੀ ਪਹਿਲੀ ਪ੍ਰੈਸ ਰਿਲੀਜ਼ ਆਈ ਸੀ। ਮੈਂ ਤਾਂ ਇਹਨਾਂ ਨੂੰ ਕਹਿ ਦਿਆਂ ਕਿ ਜੀ ਹਲੇ ਹੁਣੀ ਘੰਟਾ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਪ੍ਰੈਸ ਕਾਨਫਰੰਸ ਕਰਕੇ ਹਟੇ ਨੇ ਔਰ ਸਿੱਧਾ ਕਹਿ ਕੇ ਹਟੇ ਨੇ, ਔਰ ਸਿੱਧਾ FIR ਤਾਂ ਹੁਣ ਤਾਜੀ ਦਰਜ ਹੋਈ, ਉਹ ਤਾਂ ਸਿੱਧੀ ਪਲੇਟਫਾਰਮ ਤੇ ਰੱਖੀ ਹੈ। ਚਲੋ ਮੈਂ ਸਿੱਧਾ ਸਵਾਲ, ਮੈਂ ਮਿਸਟਰ ਕਲੀਅਰ ਸਿੱਧਾ ਸਵਾਲ ਕਰ ਦਿੰਦਾ, ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਦਾਰੀ ਤਾਂ ਨਹੀਂ ਕੀਤੀ? ਬਿਲਕੁਲ ਕੀਤੀ ਹੈ ਜੀ, ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਗਦਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਤਾਂ ਕੀਤੀ ਹੈ, ਚਲੋ ਜਾਂਦੇ ਕਿਸੇ ਪਾਰਟੀ ਜਾਂਦੇ, ਪਰ ਜਿਹੜੀ ਸੇਵਾ ਉਹਨਾਂ ਨੂੰ ਬਖਸ਼ੀ ਹੋਈ ਸੀ ਸੰਗਤ ਨੇ, ਉਹਦੇ ਨਾਲ ਜਿਹੜੀ ਬਹੁਤ ਵੱਡੀ ਗਦਾਰੀ ਹੋਈ ਉਹ ਹੈ। ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੀ, ਹੁਣੀ ਮਾਲੀ ਸਾਹਿਬ ਨੇ ਕੋਈ ਜਾਤੀ ਟਿੱਪਣੀਆਂ ਦੀ ਗੱਲ ਕੀਤੀ, ਮੈਂ ਮਾਲੀ ਸਾਹਿਬ ਨੂੰ ਕਹੂੰਗਾ ਆਪਾਂ ਫਿਰ ਉੱਥੇ ਆਏ, ਮੈਂ ਜਵਾਬ ਤਾਂ ਦੇਣਾ ਜੀ, ਮੈਂ ਜਵਾਬ ਦੇਣਾ ਜੀ ਮਾਲੀ ਸਾਹਿਬ ਨੂੰ। ਮਾਲੀ ਸਾਹਿਬ ਸ਼ਾਇਦ ਆਪਣਾ ਟਵੀਟ ਭੁੱਲ ਗਏ ਨੇ ਜਦੋਂ ਅਸਤੀਫਾ ਦਿੱਤਾ ਸੀ, ਇਹਨਾਂ ਨੇ ਕਿਹਾ ਸੀ ਮੈਂ ਰਿਜ਼ਾਈਨ ਕਰ ਰਿਹਾ ਪਰ ਮੈਂ ਸਲਾਹ ਦਿੰਦਾ ਰਹੂੰਗਾ ਨਵਜੋਤ ਸਿੱਧੂ ਨੂੰ, ਨੰਬਰ 1। ਔਰ ਦੂਜੀ ਗੱਲ, ਐਜ਼ ਅ ਵਕੀਲ ਮੈਂ ਕਿਸੇ ਕੋਰਟ 'ਚ ਜਾਵਾਂ ਨਾ ਜਾਵਾਂ, ਪਹਿਲਾਂ ਤਾਂ ਜਿਹੜੀਆਂ ਗੱਲਾਂ ਕਰ ਰਹੇ ਨੇ ਉਹ ਮੈਂ ਨਹੀਂ ਕੀਤੀਆਂ। ਔਰ ਦੂਜੀ ਗੱਲ, ਅਗਰ ਇਹ ਇਸ ਗੱਲ ਨੂੰ ਮੰਨਦੇ ਨੇ ਤਾਂ ਨਵਜੋਤ ਸਿੱਧੂ ਉਹ ਬੰਦਾ ਜਿਹਨੇ KPS ਗਿੱਲ ਦੇ ਭੋਗ ਤੇ ਉਹਨੂੰ ਸੰਤ ਕਿਹਾ ਸੀ, ਤੇ ਮਾਲੀ ਸਾਹਿਬ ਉਹਦੇ ਅਫੀਸ਼ੀਅਲ ਪੈਰ ਤੇ, ਕਾਂਗਰਸ ਦੇ ਅਫੀਸ਼ੀਅਲ ਪੈਰ ਤੇ ਉਹਦੇ ਸਲਾਹਕਾਰ ਬਣੇ ਨੇ, ਆਪਣੀ ਸਥਿਤੀ ਉਹ ਵੀ ਸਪਸ਼ਟ ਕਰ। ਚਲੋ ਅੱਜ ਇਹ ਡਿਬੇਟ ਨਹੀਂ ਹੈਗੀ। ਮਾਲੀ ਸਾਹਿਬ ਮੁੱਦੇ ਤੇ ਰਹੀਓ ਪਲੀਜ਼, ਮੇਰੀ ਬੇਨਤੀ ਹੈ ਤੁਹਾਨੂੰ। ਇਹ ਨਿੱਜੀ ਅਟੈਕ ਆ ਜਿਹੜੇ ਇੱਕ ਦੂਜੇ ਤੇ ਹੁੰਦੇ ਆ, ਬਾਅਦ ਚ ਇਹਨਾਂ ਦਾ ਮਸਲੇ ਹੱਲ ਕਰ ਲਾਂਗੇ। ਮਾਲੀ ਸਾਹਿਬ ਮੇਰਾ ਸਵਾਲ ਇਹ ਹੈ ਕਿ ਮਿਸਟਰ ਸ਼ਾਹ ਨੇ ਜਾਂ BJP ਨੇ ਜਿਹੜਾ ਗੇਮ ਪਲਾਨ ਕੀਤਾ ਪੰਜਾਬ ਦੇ ਵਿੱਚ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਿੱਥੇ ਖੜੇ ਆ, ਉਹਦੇ ਵਿੱਚ ਢੀਂਡਸਾ ਧੜਾ ਕਿੱਥੇ ਖੜਾ ਹੈ, ਜਾਂ ਦਿੱਲੀ ਤੋਂ ਲਿਆ ਕੇ ਮਿਸਟਰ ਸਿਰਸਾ ਨੂੰ ਪੰਜਾਬ ਵਿੱਚ ਉਹ ਕੀ ਖੱਟ ਲੈਣਗੇ? ਮਿਸਟਰ ਮਾਲੀ ਦੇਖੋ ਜੀ, ਮੈਂ ਤਾਂ ਸਾਰਿਆਂ ਨੂੰ ਬੇਨਤੀ ਇਹ ਕਰੂੰ ਵੀ ਬਾਬਾ ਗੁਰੂ ਨਾਨਕ ਦੇ ਫਲਸਫੇ ਨਾਲ ਜੁੜੋ, ਬੰਦੇ ਦੇ ਬੰਦੇ ਤੇ ਬੰਦੇ ਦੇ ਵਿਰੋਧੀ ਨਾ ਬਣੋ। ਜੋ ਇਸ ਮੌਕੇ ਮਾਹੌਲ ਸਿਰਜਿਆ ਗਿਆ ਕਿਸਾਨ ਅੰਦੋਲਨ ਨੇ, ਉਹਦੇ ਵਿੱਚ ਆਪਸੀ ਏਕਤਾ, ਭਾਈਚਾਰਾ, ਸਹਿਹੋਂਦ ਦੀ ਗੱਲ ਆ। ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ। ਭਾਰਤੀ ਜਨਤਾ ਪਾਰਟੀ 'ਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸ਼ਾਮਲ ਹੋ ਜਾਣ ਤਾਂ ਵੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਬਣਦੀ। ਤੁਹਾਨੂੰ ਪਤਾ ਹੀ ਨਹੀਂ ਪੰਜਾਬ ਦੀ ਫਿਤਰਤ ਕੀ ਆ। ਪੰਜਾਬ 'ਚ ਨਾਬਰੀ ਦੀ ਪਰੰਪਰਾ, ਪੰਜਾਬ ਨੇ ਇਹ ਘੋਲ ਲੜਿਆ, ਅਰਬਾਂ ਖਰਬਾਂ ਰੁਪਏ ਖਰਚ ਕੀਤੇ ਨੇ, ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ। ਤੁਸੀਂ ਇੱਕ ਬੰਦਾ ਉਧਰ ਭੇਜਤਾ, ਦੂਜੇ ਨੂੰ ਇੱਧਰ ਲਿਆਂਦਾ, ਤੀਜੇ ਨੂੰ ਉਧਰ ਭੇਜਤਾ। ਇਹ ਡੈਪੂਟੇਸ਼ਨਾਂ ਨਾਲ ਕਿਸੇ ਦੀ ਜਿੱਤ ਨਹੀਂ ਹੋਣੀ। ਜਿੱਤ ਹੋਣੀ ਆ ਜਦੋਂ ਪੰਜਾਬ ਦਾ ਏਜੰਡਾ ਸਾਹਮਣੇ ਆਊ, ਪੰਜਾਬ ਦੇ ਮੁੱਦੇ ਸਾਹਮਣੇ ਆਉਣਗੇ। ਇੱਕ ਮਾਲੀ ਸਾਹਿਬ ਇੱਕ ਸੋਸ਼ਲ ਮੀਡੀਆ ਚਰਚਾ ਚੱਲਦੀ ਵੀ, ਮੈਂ ਉਹ ਸਵਾਲ ਜ਼ਰੂਰ ਲੈਣਾ। ਕੋਈ ਲੋਕ ਕਹਿੰਦੇ ਪਏ ਆ ਕਿ ਕਈ ਲੋਕ ਕਹਿੰਦੇ ਅਕਾਲੀ ਦਲ ਨੇ ਮਿਸਟਰ ਸਿਰਸਾ ਨੂੰ ਉੱਥੇ ਡੈਪੂਟੇਸ਼ਨ ਤੇ ਭੇਜਿਆ, ਤੁਸੀਂ ਵੀ ਇਸ ਨਾਲ ਇਤਫਾਕ ਰੱਖਦੇ ਹੋ ਕਿ ਤੁਸੀਂ ਡੈਪੂਟੇਸ਼ਨ ਵਾਲੀ ਗੱਲ ਕਰ ਰਹੇ ਪਏ ਹੋ? ਕਿਉਂਕਿ ਜਦੋਂ ਤੱਕ ਤੁਹਾਡੇ ਵਿਚਾਰ ਨਹੀਂ ਬਦਲਦੇ, ਸੋਚ ਨਹੀਂ ਬਦਲਦੇ, ਉਦੋਂ ਤੁਸੀਂ ਭਾਜਪਾ 'ਚ ਜਾ ਕੇ ਖੜ ਜਾਓ, ਅਕਾਲੀ ਦਲ 'ਚ ਆ ਕੇ ਖੜ ਜਾਓ, ਆਮ ਆਦਮੀ ਪਾਰਟੀ 'ਚ ਜਾ ਕੇ ਖੜ ਜਾਓ। ਇਹਨੂੰ ਡੈਪੂਟੇਸ਼ਨ ਕਹਿ ਲਓ, ਗੱਲ ਇੱਕ ਆ। ਕਿਉਂਕਿ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ। ਅਵਗਣ ਤੋਂ ਨਾਲ ਭਰੇ ਹੋਏ ਤੁਸੀਂ ਅਵਗਣਾਂ ਵਾਲਿਆਂ 'ਚ ਜਾਂਦੇ ਹੋ, ਉਹਨਾਂ 'ਚ ਜਾਂਦੇ ਹੋ, ਅਵਗਣ ਕਰਨਾ ਚਾਹੁੰਦੇ ਹੋ। ਸੋ ਇਹਨੂੰ ਡੈਪੂਟੇਸ਼ਨ ਤੇ ਭੇਜਤਾ, ਸਾਜ਼ਿਸ਼, ਇਹੋ ਜਿਹੇ ਸ਼ਬਦ ਮੈਂ ਨਹੀਂ ਵਰਤਦਾ। ਜਦੋਂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ 'ਚ ਰਹਿਣ ਨਾਲ, ਅਕਾਲੀ ਦਲ 'ਚ ਰਹਿਣ ਨਾਲ ਮਨਜਿੰਦਰ ਸਰਸੇ ਨੂੰ ਕੋਈ ਫਰਕ ਹੀ ਨਹੀਂ ਲੱਗਦਾ। ਇਸ ਕਰਕੇ ਕੀ ਫਰਕ ਉਹਨੂੰ ਇਹ ਆ ਵੀ ਪਹਿਲਾਂ ਮੈਂ ਐ ਵਧੀਆ ਕਰ ਰਿਹਾ ਸੀ, ਹੁਣ ਅਕਾਲੀ ਦਲ ਥੋੜਾ ਜਿਹਾ ਤੜੰਗ ਹੋਇਆ, ਨੁਕਸਾਨ ਹੁੰਦਾ। ਹੁਣ ਮੈਂ ਜੋ ਪਹਿਲਾਂ ਕੰਮ ਕਰਦਾ ਸੀ, ਜੋ ਪਹਿਲਾਂ ਸਿਆਸਤ ਕਰਦਾ ਸੀ, ਜੋ ਪਹਿਲਾਂ ਸੇਵਾ ਕਰਦਾ ਸੀ, ਹੁਣ ਮੈਂ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ। ਮਾਲੀ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦਿਓ, ਅਖੀਰ ਦੇ ਵਿੱਚ ਇੱਕ ਸਵਾਲ ਦਾ ਜਵਾਬ ਦਿਓ ਮਾਲੀ ਸਾਹਿਬ। ਮਿਸਟਰ ਸਿਰਸਾ ਐਡੇ ਵੱਡੇ ਸਿੱਖ ਆਗੂ ਹੈ ਕਿ ਉਹਨਾਂ ਦੇ ਨਾਮ ਤੇ ਤੁਸੀਂ ਕਹਿ ਰਹੇ ਹੋ ਕਿ ਦੇਸ਼ ਵਿੱਚ ਸਿੱਖਾਂ ਨੂੰ ਇੱਕ ਸੁਨੇਹਾ ਦੇ ਦੂਗੀ BJP, ਤੁਹਾਨੂੰ ਲੱਗਦਾ ਐਡੇ ਵੱਡੇ ਸਿੱਖ ਆਗੂ ਸਿਰਸਾ?
ਮੈਂ ਕਹਿੰਦਾ ਜੀ ਨਾ ਅਮਰਿੰਦਰ ਦੇ ਨਾਂ ਤੇ ਕੋਈ ਸੁਨੇਹਾ ਦਿੱਤਾ ਜਾ ਸਕਦਾ, ਹਾਂ ਨਾ ਸਿਰਸਾ ਦੇ ਨਾਂ ਤੇ ਕੋਈ ਸੁਨੇਹਾ ਦਿੱਤਾ ਜਾ ਸਕਦਾ। ਇਹ ਪਹਿਲੀ ਤਾਲੋਂ ਖੁੱਥੀਆਂ ਡੂਮਣੀਆਂ ਨੇ, ਆਲ ਪਤਾਲ ਗਾਉਂਦੀਆਂ ਨੇ, ਗਾ ਲੈਣ ਦਿਓ ਇਹਨਾਂ ਨੂੰ ਜਿੰਨਾ। ਚਲੋ ਜਿਹੜਾ ਸਿੱਖ ਫਲਸਫਾ, ਬਾਬੇ ਗੁਰੂ ਨਾਨਕ ਦਾ ਫਲਸਫਾ, ਉਹ ਬੰਦਿਆਂ ਦਾ ਮਥਾਜ ਨਹੀਂ ਹੈ। ਚਲੋ ਦੀਵਾਨ ਜੀ ਲਾਸਟ ਕਮੈਂਟ ਤੁਸੀਂ ਕੀ ਕਰਨਾ ਚਾਹੁੰਦੇ ਹੋ? ਤੁਸੀਂ ਕਹਿਣਾ ਚਾਹ ਰਹੇ ਸੀ ਕੁਝ, ਬੋਲੋ। ਇਦਾਂ ਕੇਪੀ ਜੀ, ਇਹਨਾਂ ਨੇ ਤਾਂ ਠੀਕ ਹੈ, ਮੈਂ ਸਤਿਕਾਰ ਕਰਦਾ ਮਾਲੀ ਜੀ ਦਾ, ਬਹੁਤ ਵਧੀਆ ਗੱਲ ਕਹੀ ਕਿ ਬਈ ਨਾ ਅਮਰਿੰਦਰ ਦੇ ਨਾਂ ਤੇ ਸੁਨੇਹਾ ਦਿੱਤਾ ਜਾ ਸਕਦਾ, ਨਾ ਸਿਰਸੇ ਦੇ ਨਾਮ ਤੇ। ਪਰ ਜਿਹੜਾ ਸੁਨੇਹਾ ਦੇਣਾ ਸੀ ਉਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਦੇ ਦਿੱਤਾ ਕਿ ਬਈ ਕਿਸਾਨ ਅੰਦੋਲਨ ਜਿਹੜਾ ਵਾ ਔਰ ਹਿੰਦੂ ਔਰ ਸਿੱਖਾਂ ਨੂੰ ਲੜਾਉਣ ਦੀ ਸਾਜ਼ਿਸ਼ ਸੀ, ਔਰ ਖੇਤੀ ਕਾਨੂੰਨ ਵਾਪਸ ਲੈ ਕੇ ਜਥੇਦਾਰ ਸਾਹਿਬ ਤਾਂ ਇਹ ਵੀ ਕਹਿ ਰਹੇ, ਦੀਵਾਨ ਜੀ ਜਥੇਦਾਰ ਸਾਹਿਬ ਤਾਂ ਇਹ ਵੀ ਕਹਿ ਰਹੇ ਆ ਬਲੈਕਮੇਲ ਕੀਤਾ ਗਿਆ ਮਿਸਟਰ ਸਿਰਸਾ ਨੂੰ। ਜਥੇਦਾਰ ਸਾਹਿਬ ਦੀ ਉਸ ਟਿੱਪਣੀ ਨਾਲ ਸਹਿਮਤ ਹੋ ਤੁਸੀਂ? ਨਹੀਂ, ਅਸੀਂ ਤਾਂ ਨਹੀਂ ਕਿਹਾ, ਅਸੀਂ ਵੀ ਨਹੀਂ ਕਿਹਾ। ਅਨਿਲ ਜੋਸ਼ੀ ਜੀ ਨੂੰ ਜਦੋਂ ਲੈ ਕੇ ਗਏ ਅਸੀਂ ਕਿਹਾ ਕਿ ਬਲੈਕਮੇਲ ਕੀਤਾ। ਨਹੀਂ, ਜਥੇਦਾਰ ਸਾਹਿਬ ਦੀ ਉਹ ਕਮੈਂਟ ਤੁਹਾਨੂੰ ਪਸੰਦ ਹੈ, ਆਹ ਕਮੈਂਟ ਨਹੀਂ ਪਸੰਦ? ਜਿਹੜਾ ਤੁਸੀਂ ਸਿੱਖਾਂ ਵਾਲਾ ਕਹਿ ਰਹੇ ਹੋ ਉਹ ਕਮੈਂਟ ਤੁਹਾਨੂੰ ਪਸੰਦ ਹੈ ਜਥੇਦਾਰ ਸਾਹਿਬ ਦਾ? ਇਸ ਕਮੈਂਟ ਤੇ ਤੁਸੀਂ ਬੋਲ ਨਹੀਂ ਰਹੇ। ਏਦਾਂ ਮਨਜਿੰਦਰ ਸਿੰਘ ਸਿਰਸਾ ਦੀ ਸਟੇਟਮੈਂਟ ਜਿਹੜੀ ਹੈ ਜਾਂ ਉਹਨਾਂ ਨਾਲ ਕੀ ਵਾਪਰਿਆ, ਉਹ ਤੁਸੀਂ ਮੇਰੇ ਮੂੰਹ ਤੋਂ ਨਾ ਕਹਾਓ। ਉਹ ਤਾਂ ਮਨਜਿੰਦਰ ਸਿੰਘ ਸਿਰਸਾ ਜਵਾਬ ਦੇ ਸਕਦੇ। ਨਹੀਂ, ਜਥੇਦਾਰ ਸਾਹਿਬ ਜਥੇਦਾਰ ਸਾਹਿਬ ਨੇ ਕਿਹਾ, ਜੋ ਜਥੇਦਾਰ ਸਾਹਿਬ ਨੇ ਕਿਹਾ ਕਿ ਵੀ ਇਹ ਬੜੀ ਵੱਡੀ ਸਾਜ਼ਿਸ਼ ਨੂੰ ਜਿਹੜੀ ਹੈ ਉਹ ਵਿਫਲ ਕੀਤਾ ਵਾ ਮੋਦੀ ਜੀ ਨੇ। ਚਲੋ ਇੰਜ ਨਹੀਂ ਕਿਹਾ ਜੀ, ਉਹ ਸਟੇਟਮੈਂਟ ਤੁਹਾਨੂੰ ਪਸੰਦ ਹੈ ਇਹ ਵਾਲੀ ਦੀ? ਚਲੋ ਬਹੁਤ ਧੰਨਵਾਦ ਜੀ ਮਿਸਟਰ ਮਾਲੀ, ਤੁਹਾਡਾ ਬਹੁਤ ਧੰਨਵਾਦ। ਦੀਵਾਨ ਪ੍ਰੋਰਾ ਤੁਹਾਡਾ ਬਹੁਤ ਧੰਨਵਾਦ। ਮਿਸਟਰ ਕਲੇਰ ਤੁਹਾਡਾ ਬਹੁਤ ਧੰਨਵਾਦ। ਪਰਮਿੰਦਰਪਾਲ ਸਿੰਘ ਤੁਹਾਡਾ ਬਹੁਤ ਧੰਨਵਾਦ। ਮਿਸਟਰ ਕੇ ਸਰਨਾ ਤੋਂ ਕੈਪਟਨ ਤੱਕ ਕਿਸ ਨੂੰ ਕਿੰਨਾ ਝਟਕਾ ਹੈਗਾ? ਮਿੰਦਰ ਸਿਰਸਾ ਬੀਜੇਪੀ 'ਚ ਕਿਉਂਕਿ ਮਿੰਦਰ ਸਿਰਸਾ ਦੇ ਇਹ ਨਿੱਜੀ ਮਫਾਦ ਹੈ ਜਾਂ ਜਿਹੜਾ ਅਕਾਲੀ ਦਲ ਇਲਜ਼ਾਮ ਲਗਾ ਰਿਹਾ ਉਹਦੇ ਵਿੱਚ ਕੋਈ ਸੱਚਾਈ ਹੈ ਕੀ ਹੈ? ਪਰ ਸਿਰਸਾ ਦੇ ਸਹਾਰੇ ਮਿਸਟਰ ਸ਼ਾਹ ਨੇ ਬਹੁਤਿਆਂ ਨੂੰ ਮਾਤ ਦੇ ਦਿੱਤੀ ਹੈ, ਇਹ ਸਾਨੂੰ ਸਮਝਣਾ ਪਵੇਗਾ। ਬਹੁਤ ਧੰਨਵਾਦ।